ਅੱਜ ਸਾਧ ਸੰਗਤ ਜੀ ਨੂੰ ਬੇਨਤੀ ਹੈ, ਅੱਜ ਆਪਾਂ ਇੱਕ ਅਹਿਮ ਵਿਸ਼ੇ ਤੇ ਵਿਚਾਰ ਕਰਨੀ ਹੈ, ਜਿਹਦਾ ਗਰੁੱਪ ਵਿੱਚ ਮੈਸੇਜ ਪਾ ਦਿੱਤਾ ਗਿਆ ਸੀ। ਉਹ ਹੈਗਾ ਮੌਜੂਦਾ ਸਮੇਂ ਦੌਰਾਨ ਨਾ, ਜਾਂ ਪਿਛਲੇ ਕੁਝ ਸਾਲਾਂ ਤੋਂ ਸਾਡੇ ਖਾਸ ਤੌਰ ਤੇ ਪੰਜਾਬ ਦੀ ਧਰਤੀ ਤੇ ਬੇਅਦਬੀਆਂ ਕਾਫੀ ਵੱਧ ਗਈਆਂ ਨੇ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀਆਂ ਬੇਅਦਬੀਆਂ ਹੋਣ ਲੱਗ ਪਈਆਂ। ਕਈ ਢੰਗ ਤਰੀਕੇ ਵਰਤੇ ਜਾਂਦੇ ਨੇ, ਕਈ ਕੋਝੀਆਂ ਚਾਲਾਂ ਨਾਲ ਕਈ ਲੋਕਾਂ ਨੂੰ ਵਰਤਿਆ ਜਾਂਦਾ ਹੈ, ਜਿਹਦੇ ਵਿੱਚ ਬੰਦਿਆਂ ਦੇ ਨਾਲ ਨਾਲ ਖੋਟੀ ਮੱਤ ਵਾਲੀਆਂ ਕੁਝ ਔਰਤਾਂ ਬੀਬੀਆਂ ਵੀ ਸ਼ਾਮਲ, ਜਿਹੜੇ ਜ਼ਿੰਮੇਵਾਰ ਲੋਕ ਨੇ ਜਿੱਥੇ ਜਿੱਥੇ ਕੁਝ ਹੁੰਦਾ। ਤੇ ਪਰ ਇਹਦੇ ਵਿੱਚ ਇੱਕ ਇਹ ਵੀ ਦੇਖਿਆ ਗਿਆ ਵੀ ਸਾਡੀ ਕੌਮ ਵੱਲੋਂ ਸਮੇਂ ਸਿਰ ਮੌਕੇ ਤੇ ਕੋਈ ਸਖਤ ਕਾਰਵਾਈ ਨਾ ਕਰਨ ਕਰਕੇ ਉਹਨਾਂ ਪੰਥ ਵਿਰੋਧੀ ਸ਼ਕਤੀਆਂ, ਤਾਕਤਾਂ ਜਾਂ ਲੋਕਾਂ ਦਾ ਇੰਨਾ ਹੀਆ ਵੱਧ ਗਿਆ ਤੇ ਉਹ ਹੁਣ ਕਿੱਥੇ ਤੱਕ ਪਹੁੰਚ ਗਏ ਨੇ। ਜਿਹੜੀ ਆਨੰਦਪੁਰ ਸਾਹਿਬ ਦੀ ਘਟਨਾ ਹੈਗੀ ਆ, ਉਹ ਵੈਸੇ ਤਕਰੀਬਨ ਸਭ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਜਦੋਂ ਅੰਮ੍ਰਿਤ ਵੇਲੇ ਸਵੇਰ ਵੇਲੇ ਪ੍ਰਕਾਸ਼ ਹੁੰਦਾ ਹੈ, ਜਦੋਂ ਸਰੂਪ ਅੰਦਰੋਂ ਲਿਆਂਦਾ ਗਿਆ, ਰਾਗੀ ਸਿੰਘ ਕੀਰਤਨ ਕਰਦੇ ਸੀ, ਉਸ ਬੰਦੇ ਨੇ ਆਪਣੇ ਮੂੰਹ ਵਿੱਚ ਬੀੜੀ ਬਾਲ ਕੇ ਉਹਦਾ ਧੂੰਆਂ ਭਰ ਕੇ ਉਹ ਸਾਰਾ ਧੂੰਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਮਾਰਿਆ, ਅਤੇ ਜਿਹੜੀ ਬੀੜੀ ਸੀ ਉਹ ਜਲਦੀ ਹੋਈ ਬੀੜੀ ਉਹਨੇ ਰਾਗੀ ਸਿੰਘਾਂ ਦੇ ਉੱਪਰ ਸੁੱਟ ਦਿੱਤੀ। ਚਲੋ ਉਹਨੂੰ ਗ੍ਰਿਫਤਾਰ ਕਰ ਲਿਆ ਮੌਕੇ ਤੇ। ਹੁਣ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਵੀ ਸਾਜ਼ਿਸ਼ ਬਹੁਤ ਵੱਡੇ ਪੱਧਰ ਦੀ ਆ, ਕਿਉਂਕਿ ਇਹ ਕਾਰਵਾਈ ਹੋਈ ਆ ਤਖਤ ਦੇ ਉੱਪਰ। ਹੁਣ ਅਗਰ ਤਖਤਾਂ ਦੇ ਉੱਪਰ ਇਹ ਕੁਛ ਹੋਣ ਲੱਗ ਪਿਆ ਤੇ ਆਮ ਗੁਰੂ ਘਰਾਂ ਨੂੰ ਅਸੀਂ ਕਿੰਨਾ ਕੁ ਸੇਫ ਰੱਖ ਪਾਵਾਂਗੇ, ਤੇ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਦੂਜੀ ਗੱਲ, ਇੱਥੋਂ ਇੱਕ ਗੱਲ ਹੋਰ ਸਪਸ਼ਟ ਹੈ ਵੀ ਉਹ ਬੰਦਾ ਬੜੀ ਤਿਆਰੀ ਨਾਲ ਆਇਆ। ਉਹਨੂੰ ਇਹ ਪਤਾ ਹੈ ਵੀ ਜਦੋਂ ਮੈਂ ਇਹ ਕੁਝ ਕਰਨਾ ਤੇ ਮੈਨੂੰ ਲੋਕਾਂ ਨੇ ਫੜ ਵੀ ਲੈਣਾ, ਕੁੱਟਮਾਰ ਵੀ ਹੋਣੀ ਹੈ, ਤੇ ਮੈਂ ਜੇਲ੍ਹ ਵੀ ਜਾਊਂਗਾ, ਮੇਰੇ ਤੇ ਕੇਸ ਵੀ ਬਣੂਗਾ, ਮੇਰਾ ਰਿਮਾਂਡ ਵੀ ਲੱਗੂਗਾ। ਇਸ ਵਿੱਚ ਕਿ ਉਹ ਪਹਿਲਾਂ ਇੰਨਾ ਤਿਆਰ ਹੋ ਕੇ ਆਇਆ, ਉਹ ਮੈਂਟਲੀ ਲੈਵਲ ਤੇ ਵੀ ਤਿਆਰ ਹੈ ਤੇ ਫਿਜ਼ੀਕਲੀ ਵੀ ਤਿਆਰ ਹੋ ਗਿਆ। ਕਿਉਂਕਿ ਦੇਖੋ ਹੁਣ ਪਿੱਛੇ ਦੇਖਣਾ ਇਹ ਵੀ ਉਹ ਸ਼ਕਤੀ ਕਿਹੜੀ ਹੈ, ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਇੱਕ ਸਾਰੀ ਕਾਰਵਾਈ ਕਰਾਈ, ਇਹ ਕੰਮ ਕਰਾਇਆ। ਚਲੋ ਉਹ ਤਾਂ ਹੈ ਵੀ ਉਹਨੇ ਆਪ ਤੇ ਕੀਤਾ ਨਹੀਂ, ਪਿੱਛੇ ਉਹਦੇ ਕੁਛ ਨਾ ਕੁਛ ਹੋਏਗਾ। ਹੱਟਾ ਕੱਟਾ 30-35 ਸਾਲ ਦਾ ਉਹ ਨੌਜਵਾਨ ਹੈ, ਵੀ ਉਹਦਾ ਭਾਵ ਇਹ ਆ, ਬੰਦਾ ਉਹ ਚੁਣਿਆ ਵੀ ਜੇ ਇਹਨੂੰ ਪੁਲਿਸ ਕੁੱਟੇ ਮਾਰੇ ਵੀ ਤਾਂ ਇਹਦਾ ਸਰੀਰ ਸਹਿਜ ਹੈ, ਔਰ ਉਹਨੂੰ ਮੈਂਟਲੀ ਪ੍ਰਿਪੇਅਰ ਕਰਤਾ ਹੋਣਾ ਵੀ ਕੋਈ ਨਹੀਂ, ਤੈਨੂੰ ਛਡਾ ਲਾਂਗੇ, ਕੇਸ ਬਣੂਗਾ, 5-7 ਸਾਲ ਚੱਲੂਗਾ ਤੇ ਤੂੰ ਹੌਲੀ ਹੌਲੀ ਬਾਹਰ ਆ ਜਾਏਗਾ, ਜਦ ਤੱਕ ਲੋਕਾਂ ਨੇ ਭੁੱਲ ਭੁਲਾ ਜਾਣਾ। ਤੇ ਹੁਣ ਉੱਪਰ ਆਪਾਂ ਨੂੰ ਪਤਾ ਵੀ ਸਾਡੇ ਹਿੰਦੁਸਤਾਨ ਵਿੱਚ ਇਨਸਾਫ ਕਦੇ ਸੱਚੇ ਤੇ ਧਰਮੀ ਲੋਕਾਂ ਲਈ ਨਹੀਂ ਹੁੰਦਾ। ਦੂਜੀ ਗੱਲ, ਇਨਸਾਫ ਵਿਕ ਜਾਂਦਾ ਹੈ। ਇੱਥੇ ਸਭ ਕੁਝ A to Z ਤਕਰੀਬਨ ਵਿਕਾਊ ਹੁੰਦਾ। ਕੁਛ ਨੂੰ ਵੀ ਖਰੀਦ ਸਕਦੇ ਹਾਂ, ਕਿਸੇ ਨੂੰ ਵੀ ਵੇਚ ਸਕਦੇ ਹਾਂ, ਪੈਸੇ ਦੇ ਕੇ ਸਭ ਕੁਝ ਕਰਵਾਇਆ ਜਾਂਦਾ ਹੈ। ਤੇ ਇਸ ਬੰਦੇ ਨੇ ਵੀ ਪੈਸੇ ਲੈ ਕੇ ਵੀ ਕੀਤਾ ਹੋਏਗਾ, ਤੇ ਹੋ ਸਕਦਾ ਹੈ ਇਹਦੇ ਮਨ ਦੇ ਅੰਦਰ ਕੋਈ ਸਿੱਖਾਂ ਪ੍ਰਤੀ ਕੋਈ ਰੋਹ ਹੋਵੇ, ਕੋਈ ਗੁੱਸਾ ਹੋ ਕਿਸੇ ਗੱਲ ਨੂੰ ਲੈ ਕੇ, ਜਿਸ ਦੇ ਚਲਦਿਆਂ ਉਹਨੇ ਐਡੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਹੁਣ ਚਲੋ ਆਪਾਂ ਹੁਣ ਇੱਥੇ ਬੈਠੇ ਹਾਂ, ਅਸੀਂ ਹੁਣ ਦੇਖੋ ਸਾਰਾ ਸਿੱਖ ਜਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਂਦਾ, ਉਸ ਗੁਰਬਾਣੀ ਨੂੰ ਅਸੀਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਮਝਦੇ ਹਾਂ। ਅਸੀਂ ਇਸ ਬਾਣੀ ਰਾਹੀਂ ਜੁੜ ਕੇ ਆਪਣੇ ਅੰਦਰ ਨੂੰ ਕਿੰਨਾ ਸਵਾਰਿਆ, ਕਿੰਨਾ ਤਰਾਸ਼ਿਆ, ਕਿੰਨੇ ਸਾਡੇ ਜੀਵਨ 'ਚ ਬਦਲਾਅ ਆਇਆ, ਕਿੰਨੀ ਸਾਡੀ ਅਧਿਆਤਮਿਕਤਾ ਵਧੀ ਹੈ, ਇਹ ਸਾਰਾ ਕੁਝ ਠੀਕ ਹੈ। ਪਰ ਸਾਡਾ ਇੱਕ ਫਰਜ਼ ਵੀ ਬਣਦਾ ਹੈ ਕਿ ਘੱਟੋ ਘੱਟ ਅਸੀਂ ਹਾਂ ਦਾ ਨਾਰਾ ਜ਼ਰੂਰ ਮਾਰੀਏ ਵੀ ਜਿਹੜੀ ਐਡੀ ਵੱਡੀ ਘਟਨਾ ਹੁੰਦੀ ਹੈ। ਤੇ ਕਮਾਲ ਦੀ ਗੱਲ ਹੈ ਵੀ ਇਹ ਫਿਰ ਥੋੜੇ ਦਿਨ ਬਾਅਦ ਇਹ ਮਸਲੇ ਠੰਡੇ ਪੈ ਜਾਂਦੇ ਨੇ, ਇਹ ਦਬ ਜਾਂਦੇ ਨੇ, ਫਾਈਲਾਂ ਦੇ ਵਿੱਚ ਗਵਾਚ ਜਾਂਦੇ ਨੇ, ਤੇ ਮੁੜ ਕੇ ਕੁਝ ਸਮੇਂ ਬਾਅਦ, ਮਹੀਨੇ 2 ਮਹੀਨੇ ਬਾਅਦ ਫਿਰ ਉਹੀ ਕੰਮ ਹੋ ਜਾਂਦਾ ਹੈ। ਕੋਈ ਸਖਤ ਐਸੀ ਕਾਰਵਾਈ, ਐਸੀ ਸਜ਼ਾ ਜਾਂ ਪੰਥਕ ਰਵਾਇਤ ਮੁਤਾਬਿਕ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ, ਜਿਸ ਕਰਕੇ ਉਹਨਾਂ ਦਾ ਹੀਆ ਪੈਂਦਾ। ਤੋ ਦਵਿੰਦਰ ਵੀਰ ਜੀ ਸਨ ਮੇਰੇ ਨਾਲ, ਦੁਪਹਿਰੇ ਅਸੀਂ ਵਿਚਾਰ ਕੀਤੀ ਸੀ ਰਲ ਮਿਲ ਕੇ, ਤੇ ਉਹਦੇ ਵਿੱਚ ਫਿਰ ਇਹੀ ਗੱਲ ਆਈ ਵੀ ਆਪਾਂ ਕਿਉਂ ਨਾ ਇਸੇ ਹੀ ਵਿਸ਼ੇ ਦੇ ਉੱਪਰ ਸਾਰੀ ਸੰਗਤ ਦੇ ਸੁਝਾਅ ਲਏ ਜਾਣ, ਵਿਚਾਰ ਲਏ ਜਾਣ, ਕਿਉਂਕਿ ਬਹੁਤ ਸਾਰੇ ਸੂਝਵਾਨ ਸੰਗਤ ਸਾਡੇ ਨਾਲ ਜੁੜੀ ਆ ਹੈਗੀਆਂ। ਤੁਸੀਂ ਸਾਰੇ ਬਹੁਤ ਸੋਹਣੇ ਵਿਚਾਰ ਦੇ ਸਕਦੇ ਹੋ ਵੀ ਆਪਾਂ ਇਹਦੇ ਵਿੱਚ ਆਪਾਂ ਕੀ ਯੋਗਦਾਨ ਪਾ ਸਕਦੇ ਹਾਂ, ਕੀ ਸਹਿਯੋਗ ਕਰ ਸਕਦੇ ਹਾਂ, ਕੀ ਸਾਨੂੰ ਐਸੇ ਮਾਮਲਿਆਂ 'ਚ ਕਰਨਾ ਚਾਹੀਦਾ, ਤੇ ਜਿਹੜੇ ਗੁਰੂ ਘਰ ਹਨ ਉੱਥੇ ਸੇਫਟੀ ਪਰਪਸ ਨਾਲ ਕਿਹੜੀਆਂ ਚੀਜ਼ਾਂ ਨੂੰ ਅਪਣਾਇਆ ਜਾ ਸਕਦਾ ਹੈ, ਜਾਂ ਇਹਦੇ ਨਾਲ ਹੋਰ ਜੋ ਰਿਲੇਟਡ ਵਿਚਾਰਾਂ ਨੇ, ਤੇ ਉਹਦੇ ਪ੍ਰਤੀ ਮੈਂ ਅੱਜ ਸਾਰੀਆਂ ਸੰਗਤਾਂ ਤੋਂ ਸੁਝਾਅ ਲੈਣੇ ਨੇ, ਵਿਚਾਰ ਲੈਣੇ ਨੇ। ਤੇ ਜੇ ਆਪਣੇ ਕੋਲ ਕੁਝ ਚੰਗੇ ਵਿਚਾਰ, ਚੰਗੇ ਸੁਝਾਅ ਆਉਂਦੇ ਨੇ, ਤੇ ਉਹਨਾਂ ਨੂੰ ਫਿਰ ਅਸੀਂ ਉੱਪਰ ਤੱਕ ਪਹੁੰਚਾਉਣ ਦਾ
ਯਤਨ ਵੀ ਕਰਾਂਗੇ। ਤੋ ਮਤਲਬ ਸਾਡਾ ਇਹੀ ਆ ਕਿ ਇਹ ਘਟਨਾਵਾਂ ਰੁਕਣੀਆਂ ਚਾਹੀਦੀਆਂ ਨੇ ਤੇ ਐਸੇ ਬੰਦਿਆਂ ਦੀ ਤਹਿ ਤੱਕ ਜਾਣਾ ਚਾਹੀਦਾ ਵੀ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ, ਉਹਨਾਂ ਦਾ ਮਨੋਰਥ ਕੀ ਹੈ। ਇਕੱਲਾ ਬੇਅਦਬੀ ਕਰਨਾ ਮਨੋਰਥ ਨਹੀਂ, ਮਨੋਰਥ ਕੁਝ ਹੋਰ ਹੁੰਦਾ, ਲੜਾਈ ਕਰਾਉਣਾ ਵੀ ਹੋ ਸਕਦਾ ਹੈ, ਕਿਸੇ ਦੇ ਵਿਰੋਧ ਚ ਦੋ ਫਿਰਕਿਆਂ ਵਿੱਚ ਦੰਗੇ ਕਰਾਉਣਾ ਵੀ ਹੋ ਸਕਦਾ ਹੈ, ਹਨਾ, ਬੜਾ ਕੁਝ ਹੁੰਦਾ ਇਹਦੇ ਪਿੱਛੇ। ਤਾਂ ਉਹਦੇ ਬਾਬਤ ਅੱਜ ਸਾਰੀ ਆਪਾਂ ਵਿਚਾਰ ਕਰਨੀ ਹੈ। ਤਾਂ ਬੇਨਤੀ ਹੈ ਵੀ ਜੇ ਕੌਣ ਸਭ ਤੋਂ ਪਹਿਲਾਂ ਫਿਰ ਆਪਾਂ ਬੋਲ ਸਕਦੇ ਹਾਂ। ਵੈਸੇ ਇਹਦੇ ਬਾਰੇ ਮੈਨੂੰ ਐ ਲੱਗਦਾ ਵੀ ਜਿਵੇਂ ਫੋਰਨ ਦੇ ਵਿੱਚ ਬਹੁਤ ਸਖਤ ਕਾਨੂੰਨ ਹੁੰਦੇ ਨੇ ਤੇ ਉੱਥੇ ਕੋਈ ਬੰਦਾ ਕ੍ਰਾਈਮ ਨਹੀਂ ਕਰ ਸਕਦਾ, ਕਿਉਂਕਿ ਕਾਨੂੰਨ ਬਹੁਤ ਸਖਤ ਨੇ ਤੇ ਉੱਥੇ ਸਜ਼ਾ ਦਾ ਅਮਲ ਬੜਾ ਜਲਦੀ ਹੁੰਦਾ ਹੈਗਾ। ਤੇ ਆਪਾਂ ਪੰਜਾਬ ਦੇ ਵਿੱਚ ਤਾਂ ਘੱਟੋ ਘੱਟ ਆਪਣਾ ਇਹ ਕਰਵਾ ਸਕਦੇ ਹਾਂ ਵੀ ਇਹਦੇ ਕਾਨੂੰਨ ਇੰਨੇ ਸਖਤ ਹੋਣ ਵੀ ਬੰਦੇ ਦੀ ਰੂਹ ਕੰਬ ਜਾਵੇ, ਚਾਹੇ ਉਹ ਕਿਸੇ, ਆਪਾਂ ਸਮਝਦੇ ਹਾਂ ਵੀ ਆਮ ਬੰਦਾ ਨਹੀਂ ਇਹ ਕੰਮ ਕਰਦਾ, ਉਹਦੇ ਪਿੱਛੇ ਕੋਈ ਏਜੰਸੀਆਂ ਜਾਂ ਕੋਈ ਪੋਲੀਟੀਕਲ ਤਾਕਤਾਂ ਹੀ ਕਰਵਾਉਂਦੀਆਂ ਨੇ, ਉਹੀ ਹੁੰਦੀਆਂ ਨੇ, ਔਰ ਉਹਨੂੰ ਲਾਲਚ ਦਿੱਤਾ ਹੁੰਦਾ, ਉਹਨੂੰ ਗਰੀਬ ਬੰਦੇ ਬਹੁਤ ਨੇ, ਉਹਨਾਂ ਨੂੰ ਕਿਸੇ ਨੂੰ 2-4 ਕਰੋੜ ਦੇਤਾ ਵੀ ਚੱਲ ਤੇਰੇ ਪਹਿਲਾਂ ਦੇਤਾ, ਤੇ ਉਹਨੂੰ ਕੋਈ ਪਲਾਟ ਲੈ ਕੇ ਦੇਤਾ, ਪਹਿਲਾਂ ਉਹਦੇ ਨਾਂ ਕਰਾਤਾ, ਜਾਂ ਕੁਛ ਵੀ ਉਹਨੂੰ ਫਾਈਨੈਂਸ਼ੀਅਲੀ ਜਾਂ ਕਿਸੇ ਤਰੀਕੇ ਉਹਨੂੰ ਨੌਕਰੀ ਜਾਂ ਕੁਛ ਵੀ ਦੇ ਕੇ, ਲਾਲਚ ਨਹੀਂ ਬਲਕਿ ਐਕਚੁਅਲੀ ਪਹਿਲਾਂ ਹੀ ਦੇ ਕੇ ਉਹ ਬੰਦਾ ਮੈਂਟਲੀ ਤਿਆਰ ਹੋ ਜਾਂਦਾ। ਪਰ ਇਹਦੇ ਵਿੱਚ ਇਹ ਹੈਗਾ ਵੀ ਸਜ਼ਾ ਏਦਾਂ ਦੀ ਹੋਵੇ ਵੀ ਉਹ ਬੰਦਾ ਹੀਆ ਨਾ ਕਰ ਸਕੇ ਤੇ ਸਜ਼ਾ ਜਲਦੀ ਹੋਵੇ। ਜਿਵੇਂ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਇੰਗਲੈਂਡ ਦੇ ਵਿੱਚ ਇੱਕ ਪਤਾ ਨਹੀਂ ਕੁੜੀ ਨੇ ਸ਼ਾਇਦ ਇੱਕ ਆਪਣੇ ਅੰਮ੍ਰਿਤਧਾਰੀ ਸਰਦਾਰ ਜੀ ਦੀ ਕੁੱਟਮਾਰ ਕਰੀ ਸੀ, ਉਹਨੂੰ ਜਿੱਦੀ ਸਜ਼ਾ ਮਿਲ ਗਈ ਸੀ। ਹਾਂਜੀ। ਤੇ ਇੱਥੇ ਪੰਜਾਬ ਦੇ ਵਿੱਚ ਇਹ ਹੋਣਾ ਚਾਹੀਦਾ ਵੀ ਇਹ ਜੀ ਸਖਤ ਸਜ਼ਾ ਹੋਵੇ ਵੀ ਜਿਵੇਂ ਉਸ ਬੰਦੇ ਨੂੰ ਘੱਟੋ ਘੱਟ ਵੀ 30 ਸਾਲ ਦੀ ਸਜ਼ਾ ਹੋਵੇ, 20 25 40 ਸਾਲ ਬੰਦਾ 30 ਸਾਲ ਤੱਕ ਉਹਦੀ ਪਰੋਲ ਹੀ ਨਾ ਹੋਵੇ, ਤੇ ਫਿਰ ਉਹ ਜਿੰਨੇ ਮਰਜ਼ੀ ਲੈ ਜਾਵੇ, ਫਿਰ ਜੋ ਮਰਜ਼ੀ ਉਹ ਕਰੀ ਜਾਵੇ, ਤੇ ਉਹਨੂੰ ਸਜ਼ਾ ਵੀ ਉਹਦੀ ਵੀ ਹੋਵੇ, ਫਾਸਟ ਟਰੈਕ ਦੇ ਵਿੱਚ ਹੋਵੇ ਸਜ਼ਾ, ਉਹਨੂੰ ਮਤਲਬ 92 ਟਾਈਮ ਦੇ ਵਿੱਚ ਮਹੀਨੇ 'ਚ ਉਹਦੀ ਸਜ਼ਾ ਹੋਣੀ ਚਾਹੀਦੀ ਹੈ, ਤੇ ਔਰ ਸਜ਼ਾ ਹੋਣੀ ਚਾਹੀਦੀ ਹੈ ਘੱਟੋ ਘੱਟ 30-40 ਸਾਲ ਦੀ, ਤੇ ਬੰਦਾ ਘੱਟੋ ਘੱਟ 30 ਸਾਲ ਤੱਕ ਬਾਹਰ ਨਾ ਨਿਕਲੇ। ਫਿਰ ਠੀਕ ਆ, ਫਿਰ ਜੋ ਕੋਈ ਬੰਦਾ ਏਦਾਂ ਹੀ ਸਿਰ ਤੇ ਕਫਨ ਬੰਨ੍ਹ ਕੇ ਜੇ ਕਰੂਗਾ ਫਿਰ ਕਰੇ, ਫਿਰ ਤਾਂ ਕਿਸੇ ਨੂੰ ਆਪਾਂ ਰੋਕ ਨਹੀਂ ਸਕਦੇ। ਫਿਰ ਤਾਂ ਲੋਕ ਜਿਹੜੇ ਫਿਦਾਈਨ ਹੁੰਦੇ ਨੇ ਉਹ ਆਪਣੇ ਸਰੀਰਾਂ ਨਾਲ ਬੰਨ੍ਹ ਕੇ ਵੀ ਮਰਦੇ ਨੇ। ਫਿਰ ਜੇ ਕਿਸੇ ਬੰਦੇ ਨੇ ਪਾਗਲਪਨ ਕਰਨਾ ਫਿਰ ਕਰੇ, ਪਰ ਜੇ ਕੋਈ ਬੰਦਾ ਇਹ ਸੋਚ ਕੇ ਕਰੇ ਵੀ ਉਹਨੂੰ ਵੀ ਮੈਨੂੰ ਕੀ ਹੋ ਜਾਊਗਾ, ਮੈਨੂੰ ਛੁਡਾ ਲੈਣਗੇ, 2-4 ਸਾਲ ਕੇਸ ਚੱਲੂਗਾ, ਲੋਕ ਭੁੱਲ ਜਾਣਗੇ, ਫਿਰ ਨਹੀਂ ਕੁਛ ਲੱਗਦਾ। ਮੈਨੂੰ ਤਾਂ ਲੱਗਦਾ ਇਹੀ ਹੋ ਸਕਦਾ ਜੀ, ਮੈਨੂੰ ਇਹ ਲੱਗਦਾ। ਠੀਕ ਹੈ ਜੀ, ਬਹੁਤ ਧੰਨਵਾਦ, ਤੁਹਾਡਾ ਸੁਝਾਅ ਵਧੀਆ ਹੈਗਾ। 2-3 ਗੱਲਾਂ ਤੁਸੀਂ ਬਹੁਤ ਵਧੀਆ ਕੀਤੀਆਂ ਬਈ, ਇਹ ਸੋਹਣੀ ਗੱਲ ਆ ਵੀ ਕਿਤੇ ਉਹਦਾ ਫਾਸਟ ਟਰੈਕ ਕੇ ਕੋਰਟ ਦੇ ਵਿੱਚ ਕੇਸ ਚੱਲਣਾ ਚਾਹੀਦਾ, ਤੇ ਬਹੁਤ ਲੰਮੀ ਸਜ਼ਾ ਤੇ ਬਹੁਤ ਹੀ ਜਿਵੇਂ ਕਹਿ ਲਈਏ ਵੀ ਵੈਸੇ ਤੇ ਮੇਰੇ ਹਿਸਾਬ ਨਾਲ ਇਹ ਹੋਣਾ ਚਾਹੀਦਾ ਵੀ ਇਹਨੂੰ ਮੌਤ ਤੱਕ ਜੇਲ੍ਹ ਚਾਹੀਦੀ ਆ। ਜਿਵੇਂ ਇਹਨਾਂ ਨੇ ਹੁਣ ਆਪਣੇ ਸਰਕਾਰ ਨੇ ਕੀਤਾ ਨਾ, ਆਪਣਾ ਇਹਨੂੰ ਹਵਾਰੇ ਨੂੰ ਦਿੱਤੀ ਆ, ਭਾਈ ਜਗਤਾਰ ਸਿੰਘ ਹਵਾਰੇ ਨੂੰ, ਵੀ ਮੌਤ ਤੱਕ ਜੇਲ੍ਹ ਆ, ਤੇ ਉਹਦੇ ਚ ਕੋਈ ਪੈਰੋਲ ਨਹੀਂ ਹੋਣੀ ਚਾਹੀਦੀ, ਕਿਸੇ ਕਿਸਮ ਦਾ ਕੋਈ ਉਹਨੂੰ ਸਹੂਲਤ ਨਹੀਂ ਹੋਣੀ ਚਾਹੀਦੀ। ਚਲੋ ਇਹ ਖੈਰ ਉਹ ਗੱਲ ਤੁਹਾਡੀ ਉਹ ਵੀ ਆ ਗਈ ਨਾ ਵੀ ਕਾਨੂੰਨਾਂ ਤੇ ਆ ਗਈ, ਹੁਣ ਆਪਾਂ ਤੇ ਗੱਲਾਂ ਕਰਦੇ, ਪਰ ਉਹ ਕਾਨੂੰਨ ਸਰਕਾਰ ਨੇ ਬਣਾਏ ਹੋਣਗੇ, ਉਹਨਾਂ ਦੇ ਸਾਰੇ ਬਣੇ ਹੋਏ ਨੇ ਸਿਸਟਮ ਜੋ ਵੀ ਹੈਗਾ। ਉਹਦੇ ਵਿੱਚ ਨਾ ਜਿਵੇਂ ਹੁੰਦਾ ਬਾਹਰ ਕ੍ਰਾਈਮ ਦੇ ਵਿੱਚ ਸਜ਼ਾ ਮਤਲਬ ਏਦਾਂ ਹੁੰਦੀ ਹੈ ਵੀ ਇੱਕ ਕ੍ਰਾਈਮ ਦੀ 10 ਸਾਲ ਸਜ਼ਾ, ਦੂਜੇ ਦੀ 20-30, ਉਹ 100 ਸਾਲ ਦੀ ਸਜ਼ਾ ਹੋ ਜਾਂਦੀ ਹੈ। ਬੰਦਾ ਬਸ ਨਿਕਲ ਨਾ ਸਕੇ, ਉਹ ਬੰਦਾ ਜਿਉਂਦਾ ਹੀ ਰਹੇ, ਫਿਰ ਜੋ ਮਰਜ਼ੀ ਕਰੀ ਜਾਵੇ, ਫਿਰ ਜਿਹੇ ਜਿਹੇ ਕੰਮ ਲਈ ਕਰਕੇ ਫਿਰ ਉਹਨੂੰ ਅੱਗੇ ਉਸ ਤੋਂ ਅੱਗੇ ਫਰਦਰ ਵੀ ਬਹੁਤ ਉਹਨੂੰ ਇਕੱਲਾ ਰੱਖਿਆ ਜਾਵੇ, ਪਰ ਉਹਨੂੰ ਫਿਰ ਮਾਰਿਆ ਨਾ ਜਾਵੇ। ਘੱਟੋ ਘੱਟ ਵੀ ਬੰਦਾ ਨੂੰ ਉਹਦੇ ਪਰਿਵਾਰ ਦੇਖੇ, ਉਹਦੇ ਆਲੇ ਦੁਆਲੇ ਦੇਖਣ ਵੀ ਬੰਦੇ ਦਾ ਕੀ ਹਸ਼ਰ ਹੋਇਆ ਜਾਂ ਕਿਵੇਂ ਪਾਗਲ ਹੋ ਗਿਆ, ਕੀ ਹੋਇਆ, ਉਹ ਫਿਰ ਉਹ ਜਿੰਦਾ ਨਰਕ ਦੇਖ ਕੇ ਜਾਵੇ, ਤੇ ਉਹਦੇ ਨਾਲ ਜਿਹੜੇ ਉਹਦੇ ਘੱਟੋ ਘੱਟ ਪਰਿਵਾਰ ਵਾਲੇ ਹੋਣਗੇ ਜਾਂ ਜਿਹੜੇ ਉਹਦੇ ਏਰੀਏ ਦੇ ਹੋਣਗੇ, ਉਹ ਤਾਂ ਸਮਝਣਗੇ ਵੀ ਬੰਦਾ ਕਿੱਥੇ ਪਹੁੰਚ ਗਿਆ ਹੈਗਾ, ਕਮ ਸੇ ਕਮ ਉਹਨਾਂ ਏਰੀਆ ਤਾਂ ਨਹੀਂ ਕਰੂਗਾ। ਬਾਕੀ ਜਿੱਦਾਂ ਏਦਾਂ ਲੋਕਾਂ ਨਾਲ ਸਜ਼ਾ ਹੁੰਦੀਆਂ ਰਹਿੰਦੀਆਂ ਹੋਣਗੀਆਂ ਤਾਂ ਆਪੇ ਹਟ ਜਾਣਗੇ, ਲੋਕ ਹਟ ਜਾਂਦੇ ਹੁੰਦੇ ਆ ਬੜੇ ਜਲਦੀ, ਇਹ ਕੋਈ ਬੜੀ ਗੱਲ ਨਹੀਂ। ਬਸ ਉਹਦੇ ਲਈ ਤਾਂ ਫਾਸਟ ਟਰੈਕ, ਬਸ ਮਹੀਨੇ ਦੇ ਵਿੱਚ ਉਹਦੀ ਸਜ਼ਾ ਹੋਣੀ ਚਾਹੀਦੀ ਆ, ਕਿਉਂਕਿ ਫੜਿਆ ਮੌਕੇ ਤੇ ਜਾਂਦਾ ਹੈ, ਕਮਿਟ ਕਰ ਲੈਂਦਾ, ਫਿਰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹਿੰਦੀ। ਫਿਰ ਤੋਂ ਵੱਧ ਤੋਂ ਵੱਧ ਇਹੀ ਹੁੰਦਾ ਵੀ ਪਾਗਲ ਆ, ਚਾਹੇ ਉਹ ਫਿਰ ਇਹਦੇ 'ਚ ਇਹ ਵੀ ਹੋਣਾ ਚਾਹੀਦਾ ਵੀ ਚਾਹੇ ਪਾਗਲ ਆ, ਇਹਨੂੰ ਇਹੀ ਕਹਿਣਾ ਵੀ ਪਾਗਲ ਆ, ਮੰਦਬੁੱਧੀ ਆ, ਮੰਦਬੁੱਧੀ ਨੂੰ ਇੰਨਾ ਕੁਛ ਯਾਦ ਆ ਵੀ ਪਹਿਲਾਂ ਕੋਈ ਐਕਸ਼ਨ ਨਹੀਂ ਕਰਨਾ, ਬੈਠੇ ਰਹਿਣਾ, ਮੌਕੇ ਤੇ ਕਰਨਾ। ਉਹ ਮੰਦਬੁੱਧੀ ਜਿਹੜੀ ਉੱਦਾਂ ਦੀ ਮੰਦਬੁੱਧੀ ਆ, ਮਤਲਬ ਉਹ ਜਿੱਦਾਂ ਦੀ ਮਰਜ਼ੀ ਹੋਵੇ, ਉਹਦੇ ਲਈ ਵੀ ਮੰਦਬੁੱਧੀ ਨੂੰ ਵੀ ਕੋਈ ਸਜ਼ਾ ਦੇ ਵਿੱਚ ਹੋਵੇ, ਮੰਦਬੁੱਧੀ ਨੂੰ ਵੀ ਕੋਈ, ਕਿਉਂਕਿ ਇਹ ਮੰਦਬੁੱਧੀ ਦਾ ਹੀ ਫਿਰ ਪਾਗਲਪਣ ਦਾ ਹੀ ਆਸਰਾ ਬੰਦੇ ਲੈਂਦੇ ਨੇ, ਫਿਰ ਉਹ ਇੰਨੀ ਸਜ਼ਾ ਚਾਹੀਦੀ ਵੀ ਕੋਲੇ ਹੀ ਹੁੰਦਾ। ਬਿਲਕੁਲ ਠੀਕ ਹੈ, ਇਹ ਪਾਗਲ ਚਾਹੀਦਾ ਵੀ। ਹਾਂਜੀ, ਧੰਨਵਾਦ ਬਹੁਤ, ਚਲੋ ਬਹੁਤ ਧੰਨਵਾਦ। ਦੁਬਾਰਾ ਫਿਰ ਆਪਾਂ ਜੁੜਦੇ ਹਾਂ। ਵੀਰ ਮਨਜੀਤ ਸਿੰਘ ਜੀ ਲੁਧਿਆਣੇ ਤੋਂ ਸਾਡੇ ਨਾਲ ਜੁੜੇ ਨੇ, ਬਹੁਤ ਸੋਹਣੇ ਵਿਚਾਰ ਦਿੰਦੇ ਨੇ। ਵੀਰ ਮਨਜੀਤ ਸਿੰਘ ਜੀ ਲੁਧਿਆਣਾ।
ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਹਾਂਜੀ ਪਿਆਰਿਓ, ਬਹੁਤ ਅੱਛਾ ਟੌਪਿਕ ਰੱਖਿਆ ਤੁਸੀਂ, ਔਰ ਇਹਦੇ ਵਿੱਚ ਦਾਸ ਕੁਛ ਸੁਝਾਅ ਇਹ ਦੇ ਸਕਦਾ ਹੈ। ਹਾਂਜੀ ਆਪਾਂ ਆਪਸ ਵਿਚਾਰ ਕਰ ਰਹੇ ਹਾਂ। ਪਹਿਲਾਂ ਤਾਂ ਜਿਸ ਤਰ੍ਹਾਂ ਕੁਛ ਵੀਰਾਂ ਨੇ ਇਹ ਡਿਸਕਸ਼ਨ ਕਰ ਰਹੇ ਨੇ ਕਿ ਇਹਦੇ ਬਾਰੇ ਵਿੱਚ ਕਾਨੂੰਨ ਸਖਤ ਹੋਣਾ ਚਾਹੀਦਾ ਹੈ, ਸਖਤੀ ਦੇ ਨਾਲ ਪਾਲਣਾ ਹੋਣੀ ਚਾਹੀਦੀ ਹੈ। ਹਮ। ਸ਼ਾਇਦ ਵੀਰਾਂ ਨੂੰ ਇਸ ਗੱਲ ਦਾ ਸ਼ਾਇਦ ਖਿਆਲ ਨਾ ਰਿਹਾ ਹੋਵੇ, ਉਹਨਾਂ ਦੇ ਮਾਈਂਡ ਦੇ ਵਿੱਚ ਨਾ ਰਹੀ ਹੋਵੇ ਗੱਲ। ਜਿਸ ਵਕਤ ਇਹ ਬਰਗਾੜੀ ਕਾਂਡ ਹੋਇਆ ਸੀਗਾ ਹਾਂਜੀ ਤਾਂ ਕੌਮ ਜਿਹੜੀ ਹੈ ਕੁਰਲਾ ਉੱਠੀ ਸੀਗੀ ਹਮ, actually। ਉਸ ਵਕਤ ਤੇ ਜਿਹੜੀ ਵੀ ਹਕੂਮਤ ਸੀ, ਭਾਵੇਂ ਉਹ ਉਸ ਹਕੂਮਤ ਨੂੰ ਅਸੀਂ ਬਹੁਤਾ ਲਾਈਕ ਤਾਂ ਬਿਲਕੁਲ ਨਹੀਂ ਕਰਦੇ, ਪਰ ਹਾਂਜੀ ਫਿਰ ਵੀ ਉਹਨਾਂ ਨੇ ਗਾਹੇ ਬਗਾਹੇ, ਅਸੀਂ ਉਹਨਾਂ ਦੀ ਪ੍ਰੋਤਸਾਹਨ ਨਹੀਂ ਕਰ ਰਹੇ, ਪਰ ਉਹਨਾਂ ਨੇ ਭਾਵੇਂ ਮਜਬੂਰੀ ਵਸ ਇੱਕ ਕਾਨੂੰਨ ਬਣਾ ਦਿੱਤਾ ਹੋਇਆ। ਹਮ, ਐਕਚੁਅਲੀ ਜਿਸ ਵੇਲੇ ਬਰਗਾੜੀ ਕਾਂਡ ਹੋਇਆ ਹੈ, ਉਹ ਹਾਂਜੀ ਕਾਨੂੰਨ ਬਣ ਚੁੱਕਿਆ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਜਿੰਦਾ ਲਾਈਵ ਗੁਰੂ ਹਨ, ਔਰ ਇਹਦੇ ਬਾਰੇ ਦੇ ਵਿੱਚ ਅਗਰ ਕੋਈ ਬੇਦਬੀ ਕਰਦਾ, ਇਟ ਇਜ਼ ਸੈਂਟੈਂਸ ਟੂ ਡੈਥ ਹੈਗਾ ਕਾਨੂੰਨ ਵਿੱਚ। ਹਮ। ਸ਼ਾਇਦ ਕੁਝ ਵੀਰਾਂ ਨੂੰ ਇਹਦੇ ਬਾਰੇ ਨਾ ਜਾਣਕਾਰੀ ਹੋਵੇ। ਇਹ ਕਾਨੂੰਨ ਬਣਾ ਦਿੱਤਾ ਸੀ ਹਾਂਜੀ ਪੰਜਾਬ ਸਰਕਾਰ ਨੇ ਕਿ ਜੇਕਰ ਪੰਜਾਬ ਦੇ ਵਿੱਚ ਅਗਰ ਕੋਈ ਐਸਾ ਘਟਨਾ ਹੁੰਦੀ ਹੈ, ਹੁਣ ਅੱਗੇ ਹੈ ਇਸ ਦੀ ਇੰਪਲੀਮੈਂਟੇਸ਼ਨ। ਇੰਪਲੀਮੈਂਟੇਸ਼ਨ ਵਾਸਤੇ ਘੱਟੋ ਘੱਟ ਸਾਡੇ ਜਿਹੜੇ ਸਿੱਖ ਖਾਸ ਬਹੁਤ ਵੱਡੇ ਲਾਇਰਸ ਹੈਗੇ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਤੇ ਤਾਂ ਸਾਨੂੰ ਕੋਈ ਬਹੁਤਾ ਭਰੋਸਾ ਹੈ ਨਹੀਂ ਐਕਚੁਅਲੀ ਕਿ ਉਹ ਕੁਛ ਐਸਾ ਕਰਨਗੇ ਐਕਚੁਅਲੀ, ਕਿਉਂਕਿ ਸਾਨੂੰ ਪਤਾ ਹੈ ਕਿ ਵੋਟਾਂ ਲੈਣ ਲੱਗਿਆਂ ਇਹੀ ਪਾਰਟੀ ਜਾ ਕੇ ਜਿਨ੍ਹਾਂ ਦੇ ਅੱਗੇ ਮੱਥੇ ਰਗੜਦੀ ਹੈ ਤੇ ਉਹਨਾਂ ਨੂੰ ਕਿੱਥੇ ਅੰਦਰ ਕਰਾਉਣ ਲੱਗੀ ਐਕਚੁਅਲੀ। ਇਹ ਤਾਂ ਜਿਹੜੇ ਖਾਸ ਵੱਡੇ ਸਿੱਖ ਲਾਇਰਸ ਨੇ, ਉਹਨਾਂ ਨੂੰ ਇਸ ਚੀਜ਼ ਨੂੰ ਆਪਣੇ ਹੱਥ ਵਿੱਚ ਲੈ ਕੇ ਇਹ ਜਿਹੜਾ ਕਾਨੂੰਨ ਕਿਉਂਕਿ ਬਣ ਚੁੱਕਿਆ ਹੋਇਆ ਐਕਚੁਅਲੀ, ਉਹ ਉਸ ਦੀ ਸਿਰਫ ਇੰਪਲੀਮੈਂਟੇਸ਼ਨ ਕਰਵਾਉਣ ਦੀ ਜ਼ਰੂਰਤ ਹੈਗੀ ਹੈ। ਦੂਸਰਾ ਸੁਝਾਅ ਇਹ ਹੈ, ਜਿਸ ਤਰ੍ਹਾਂ ਭਾਈ ਸਾਹਿਬ ਜਸਵੀਰ ਸਿੰਘ ਜੀ ਚੱਕਰ ਇਸ ਟੌਪਿਕ ਨੂੰ ਚੁੱਕ ਰਹੇ ਨੇ, ਬੜੀ ਮਨ ਨੂੰ ਇੱਕ ਸਕੂਨ ਮਿਲਦਾ ਕਿ ਕੋਈ ਜਾਗ ਰਿਹਾ। ਇਸ ਤਰ੍ਹਾਂ ਸਾਡੇ ਪੰਥ ਦਰਦੀ ਜਿਹੜੇ ਪ੍ਰਚਾਰਕ ਨੇ, ਭਾਵੇਂ ਉਹ ਕੀਰਤਨੀਆਂ ਵਿੱਚ ਆ ਜਾਣ, ਭਾਵੇਂ ਉਹ ਢਾਡੀ ਆ ਜਾਣ, ਭਾਵੇਂ ਉਹ ਕਵੀਸ਼ਰ ਨੇ, ਭਾਵੇਂ ਉਹ ਕਥਾਵਾਚਕ ਨੇ, ਘੱਟੋ ਘੱਟ ਇਹ ਫਰਜ਼ ਤਾਂ ਹੁਣ ਦੇਖੋ ਗੁਰੂ ਤਾਂ ਸਭ ਦਾ, ਪਰ ਇੰਨੀ ਵੱਡੀ ਘਟਨਾ ਹੋ ਜਾਏ ਤੇ ਉਹ ਕੁਰਲਾ ਕਿਉਂ ਨਹੀਂ ਉੱਠੇ ਅਜੇ ਤੱਕ? ਇਹ ਸਾਨੂੰ ਅੰਦਰ ਨੂੰ ਚੀਜ਼ ਪੈਂਦੀ ਹੈ ਕਿ ਸਾਰਿਆਂ ਨੂੰ, ਸਾਰੇ ਇਹ ਪ੍ਰਚਾਰਕਾਂ ਨੂੰ, ਭਾਵੇਂ ਕੀਰਤਨੀ ਹੋਣ ਕੋਈ ਵੀ ਹੋਣ, ਕਿਉਂ ਨਹੀਂ ਹਜੇ ਤੱਕ ਉਹਨਾਂ ਨੇ ਕੁਰਲਾਏ? ਕੁਰਲਾਣਾ ਚਾਹੀਦਾ ਸੀ। ਸੰਗਤ ਕੁਰਲਾ ਰਹੀ ਹੈ ਤੇ ਉਹ ਕਿਹਦੇ ਵੱਲ ਦੇਖ ਰਹੀ ਹੈ, ਜਦ ਕਿ ਸਾਨੂੰ ਕੋਈ ਅੱਗੇ ਰਸਤਾ ਹੀ ਨਹੀਂ ਲੱਭ ਰਿਹਾ। ਇਸ ਦੇ ਵਾਸਤੇ ਇਹ ਚੀਜ਼ ਹੋਣੀ ਜ਼ਰੂਰੀ ਹੈ, ਔਰ ਉਮੀਦ ਹੈ ਕਿ ਇਸ ਬੰਦਾ ਜਿਹੜਾ ਪਕੜਿਆ ਗਿਆ, ਇਸ ਨੂੰ ਕੋਈ ਨਾ ਕੋਈ ਜ਼ਰੂਰ ਸਖਤ ਔਰ ਢੁਕਵੀਂ ਸਜ਼ਾ ਮਿਲੇਗੀ। ਦਾਸ ਨੂੰ ਇਸ ਤਰ੍ਹਾਂ ਲੱਗ ਰਿਹਾ। ਵਾਹਿਗੁਰੂ। ਆਵਾਜ਼ ਬੰਦ ਹੋ ਗਈ ਜੀ ਤੁਹਾਡੀ ਭਾਈ ਸਾਹਿਬ, ਆਵਾਜ਼ ਬੰਦ। ਹਾਂ ਸੌਰੀ, ਉਹ ਐਕਚੁਅਲੀ ਮੈਂ ਹਵਾ ਕਰਕੇ ਬੰਦ ਕਰ ਦਿੱਤਾ ਸੀ। ਤੇ ਬਿਲਕੁਲ ਬਹੁਤ ਧੰਨਵਾਦ ਵੀਰ ਜੀ ਮਨਜੀਤ ਸਿੰਘ ਜੀ, ਬਹੁਤ ਸੋਹਣੇ ਤੁਸੀਂ ਆਪਣੇ ਸੁਝਾਅ ਦਿੱਤੇ ਨੇ ਤੇ ਬਿਲਕੁਲ ਧਿਆਨ ਦੇਣ ਯੋਗ ਨੇ। ਹੋਰ ਸਾਡੇ ਨਾਲ ਗਲੈਕਸੀ J5 ਤੋਂ ਮਾਤਾ ਜੀ ਆਪਣੇ ਨਾਲ ਹੈਗੇ ਨੇ, ਕੁਲਦੀਪ ਕੌਰ ਜੀ। ਮਾਤਾ ਜੀ ਤੁਸੀਂ ਅੱਜ ਦਾ ਵਿਸ਼ਾ ਸੁਣਿਆ ਸਾਡੀ, ਅਸੀਂ ਕੀ ਵਿਚਾਰ ਕਰ ਰਹੇ ਹਾਂ? ਹਾਂਜੀ ਹਾਂਜੀ, ਮੈਂ ਸੁਣ ਲਿੱਤਾ ਤੇ ਉਸੇ ਠੀਕ ਹੈ, ਕਰਕੇ ਹੀ ਮਤਲਬ ਦਿਓ ਨਾ ਕੋਈ ਆਪਣਾ ਮੈਂ ਸੁਝਾਅ ਦਿਓ। ਆਪਣਾ ਮਤਲਬ ਨਾ ਮੇਰੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਤੇ ਮੈਂ ਮਤਲਬ ਅਸੀਂ ਇੰਨੀ ਮਤਲਬ ਇਹਨਾਂ ਗੱਲਾਂ ਵਿੱਚ ਇੰਨੀ ਸੋਚ ਤੇ ਨਹੀਂ ਰੱਖਦੀ, ਪਰ ਜਿਹੜੀ ਗੱਲ ਤੁਸੀਂ ਕਹੀ ਨਾ ਕਿ ਮਤਲਬ ਜਿਹੜੇ ਤੁਹਾਨੂੰ ਸਿਸਟਮ ਠੀਕ ਲੱਗੇਗਾ ਤੁਸੀਂ ਉਹਨੂੰ ਵੱਡੇ ਪੱਧਰ ਤੇ ਵੀ ਲੈ ਕੇ ਜਾਓਗੇ, ਮਤਲਬ ਨਾ ਕਿ ਕਿਸੇ ਐਸੀ ਜਗ੍ਹਾ ਤੇ ਜਿੱਥੇ ਸੁਣਵਾਈ ਹੋ ਸਕੇ ਕਿ ਨਹੀਂ। ਤੇ ਉਸ ਦੇ ਵਾਸਤੇ ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਮਤਲਬ ਨਾ ਹਿੰਦੁਸਤਾਨ ਦੇ ਕਾਨੂੰਨ ਦੇ ਸਿਸਟਮ ਕੋਲੋਂ ਕੋਈ ਨਿਆਂ ਮੰਗਣਾ, ਖਾਸ ਕਰਕੇ ਸਾਡੀ ਕਮਿਊਨਿਟੀ ਵਾਸਤੇ, ਉਹ ਤੇ ਮੈਨੂੰ ਮਤਲਬ ਨਾ ਬੜਾ ਮਤਲਬ ਸ਼ੰਕਾ ਵਾਲਾ ਲੱਗਦਾ ਹੈ ਕਿ ਨਹੀਂ, ਕਿਉਂਕਿ ਗਵਰਨਮੈਂਟ ਦੀ ਮਸ਼ੀਨਰੀ ਔਰ ਮਤਲਬ ਆਪਣੀ ਤੇ ਕੀ ਕਹਿੰਦੇ ਨੇ ਕਮੇਟੀਆਂ ਕੁਛ ਕਰਦੀਆਂ ਨਹੀਂ ਹੈਗੀਆਂ ਮਤਲਬ ਨਾ। ਤੇ ਦੂਸਰਾ ਹੈ ਕਿ ਮਤਲਬ ਵੱਡੇ ਪੱਧਰ ਤੇ ਅਗਰ ਤੁਸੀਂ ਗਵਰਨਮੈਂਟ ਕੋਲੋਂ ਜਾਂ ਕਿਸੇ ਹੋਰ ਵੱਡੀ ਸੰਸਥਾ ਕੋਲੋਂ ਇਨਸਾਫ ਦੀ ਅਗਰ ਅਸੀਂ ਉਮੀਦ ਕਰੀਏ ਤੇ ਅੱਜ ਦਿਨ ਤੱਕ ਤੇ ਕੁਛ ਨਹੀਂ ਹੋਇਆ ਕਿ ਨਹੀਂ। ਤੁਸੀਂ ਦੇਖੋ ਜਿੰਨਾ ਵੀ ਅਸੀਂ ਈਵਨ ਆਜ਼ਾਦੀ ਤੋਂ ਬਾਅਦ ਜਿੰਨੇ ਵੀ 70-75 ਸਾਲ ਦੀ ਅਸੀਂ ਮਤਲਬ ਜ਼ਿੰਦਗੀ ਵਿੱਚ ਦੇਖਦੇ ਹਾਂ ਤੇ ਸਿੱਖ ਕਮਿਊਨਿਟੀ ਨੂੰ ਕਦਰ ਨਿਆਂ ਮਿਲਿਆ ਹੈਗਾ। ਤੇ ਮੇਰਾ ਸੁਝਾਵ ਐਸਾ ਛੋਟਾ ਜਿਹਾ ਹੈਗਾ, ਪਰ ਮਤਲਬ ਨਾ ਕੀ ਕਹਿੰਦੇ ਨੇ ਨੀਡਸ ਬਿਟ ਆਫ ਪ੍ਰੈਕਟੀਕੈਲਿਟੀ, ਕਿ ਜਦ ਕੋਈ ਵੀ ਬੰਦਾ ਇਹੋ ਜਿਹੇ ਕਰਮ ਕਰਦੇ ਹੋਏ ਮੌਕੇ ਤੇ ਪਕੜਿਆ ਜਾਂਦਾ ਹੈ ਨਾ, ਤੇ ਓਬਵੀਅਸ ਹੈ ਕਿ ਉਹਨੂੰ ਉਹਨਾਂ ਨੇ ਬੜੇ ਲਾਲਚ ਵਗੈਰਾ ਦਿੱਤੇ ਹੋਏ ਨੇ। ਮਤਲਬ ਤੁਹਾਨੂੰ ਪਤਾ ਹੈ ਬਈ ਤੁਹਾਡੇ ਬੱਚੇ ਪਾਲ ਲੈ, ਮਤਲਬ ਪਤਾ ਨਹੀਂ ਕਿੰਨੇ ਕਿੰਨੇ ਲਾਲਚ ਇਹਨਾਂ ਨੂੰ ਦਿੰਦੇ ਨੇ। ਹੁਣ ਤੁਸੀਂ ਦੇਖੋ 9/11 ਦਾ 20 ਸਾਲ ਪਹਿਲੇ
ਅਮਰੀਕਾ ਵਿੱਚ ਹੋਇਆ ਤੇ ਜਿਹੜੇ ਬੰਦੇ ਮਤਲਬ ਜਿਨ੍ਹਾਂ ਨੇ ਇੰਨੀ ਜਨਤਾ ਦੇ ਉੱਤੇ ਜ਼ੁਲਮ ਕੀਤਾ, ਹਵਾਈ ਜਹਾਜ਼ ਨੂੰ ਜੋ ਕੁਝ ਵੀ ਹੋਇਆ ਉਸ ਵਕਤ ਉਹ ਸਾਨੂੰ ਸਾਰਾ ਪਤਾ ਹੈਗਾ। ਤੇ ਤੁਸੀਂ ਦੇਖੋ ਉਹਦੇ ਵਿੱਚ ਜਿਹੜੇ ਬੰਦੇ ਆਪ ਵੀ ਮਰੇ ਨੇ, ਬਾਅਦ ਵਿੱਚ ਮੇਰਾ ਮਤਲਬ ਉਹਨਾਂ ਨੂੰ ਵੀ ਤੇ ਪਹਿਲੇ ਕਿੰਨੇ ਲਾਲਚ ਦਿੱਤੇ ਗਏ ਹੋਣਗੇ ਕਿ ਤੁਹਾਡੇ ਪਰਿਵਾਰ ਨੂੰ ਦੇਖਾਂਗੇ, ਇਹ ਕਰਾਂਗੇ, ਤਾਂ ਹੀ ਅਗਲਾ ਬੰਦਾ ਮਤਲਬ ਆਪਣੀ ਜਾਨ जोखिम ਵਿੱਚ ਪਾ ਕੇ ਤੇ ਮਤਲਬ ਨਾ ਉਹ ਜੇ ਕੰਮ ਕਰਦਾ, ਜਿੰਨੇ ਵੀ ਬੰਦਿਆਂ ਨੇ ਕੀਤੇ ਮਤਲਬ ਨਾ। ਤੇ ਮੈਂ ਇਹ ਦੱਸਣਾ ਚਾਹੁੰਦੀ ਸੀ ਕਿ ਜਦ ਕੋਈ ਵੀ ਮਤਲਬ ਬੰਦਾ ਮੌਕੇ ਤੇ ਪਕੜਿਆ ਜਾਂਦਾ ਹੈ ਤੇ ਸਾਡੀ ਕਮਿਊਨਿਟੀ ਵੱਲੋਂ ਵੀ ਕੋਈ ਐਸੀ ਸੰਸਥਾ ਹੋਣੀ ਚਾਹੀਦੀ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਕਿ ਉਹਨੂੰ ਮਤਲਬ ਨਾ ਪਹਿਲੇ ਤੇ ਪਕੜੇ, ਫਿਰ ਉਸ ਤੋਂ ਬਾਅਦ ਉਹਦੇ ਕੋਲੋਂ ਪੁੱਛੇ ਕਿ ਤੈਨੂੰ ਕੀ ਲਾਲਚ ਦਿੱਤੇ ਨੇ ਤੇ ਅਸੀਂ ਤੈਨੂੰ ਉਸ ਤੋਂ ਡਬਲ ਲਾਲਚ ਜਾਂ ਮਤਲਬ ਨਾ ਉਸ ਤੋਂ ਵੱਧ ਮਤਲਬ ਦਿਆਂਗੇ, ਤੇ ਉਹਦਾ ਮੂੰਹ ਪਹਿਲੇ ਤੇ ਖੁਲਵਾਇਆ ਜਾਏ ਕਿ ਨਹੀਂ। ਔਰ ਤੁਹਾਨੂੰ ਪਤਾ ਅੱਜ ਕੱਲ ਤੇ ਮੀਡੀਆ ਦਾ ਜ਼ਮਾਨਾ ਹੈ, ਸਾਰੀਆਂ ਗੱਲਾਂ ਰਿਕਾਰਡ ਹੋ ਜਾਂਦੀਆਂ ਨੇ, ਮਤਲਬ ਵੀਡੀਓ ਹੋ ਜਾਂਦੇ, ਕਿੰਨਾ ਕੁਝ ਹੋ ਜਾਂਦਾ ਕਿ ਨਹੀਂ। ਕੋਈ ਵੀ ਗੱਲ ਮਤਲਬ ਉਹਨੂੰ ਛੁਪਾਈ ਨਹੀਂ ਜਾ ਸਕਦੀ। ਤੇ ਮੈਂ ਚਾਹੁੰਦੀ ਹਾਂ ਕਿ ਮਤਲਬ ਕਿਉਂਕਿ ਸੰਸਥਾ ਕੋਲੋਂ ਜਾਂ GSP ਇਹਨਾਂ ਕੋਲੋਂ ਮਤਲਬ ਇਨਸਾਫ ਮੰਗਣਾ, ਗਵਰਨਮੈਂਟ ਕੋਲੋਂ ਮੰਗਣਾ, ਉਹ ਤੇ ਇੱਕ ਕਿਸਮ ਦੀ ਹੈਗੀ ਹੈ ਕਿ ਮਤਲਬ ਆਪਣੇ ਆਪ ਨੂੰ ਧੋਖੇ ਵਿੱਚ ਰੱਖਣਾ ਕਿ ਨਹੀਂ। ਤੇ ਇਸ ਤਰ੍ਹਾਂ ਦਾ ਕੁਝ ਕੀਤਾ ਜਾਏ ਕਿ ਜਿਨ੍ਹਾਂ ਨੂੰ ਜਿੰਨਾ ਲਾਲਚ ਦੇ ਕੇ ਇਸ ਤਰ੍ਹਾਂ ਦੇ ਕੰਮ ਕਰਵਾਏ ਜਾਂਦੇ ਨੇ, ਉਹਨਾਂ ਨੂੰ ਉਸ ਤੋਂ ਡਬਲ ਲਾਲਚ ਮਤਲਬ ਦੇ ਕੇ ਤੇ ਮਤਲਬ ਨਾ ਉਹਨਾਂ ਦੇ ਮੂੰਹ ਖੁਲਵਾਏ ਜਾਣ। ਔਰ ਤੁਸੀਂ ਦੇਖੋ ਇੱਕ ਆਧ ਵਾਰੀ ਕੁਝ ਇਸ ਤਰ੍ਹਾਂ ਦਾ ਕੇਸ ਹੋ ਗਿਆ ਤੇ ਕੁਝ ਫਿਊਚਰ ਵਿੱਚ ਵੀ ਲੋਕ ਹੋਰ ਵੀ ਡਰਨਗੇ ਕਿ ਨਹੀਂ। ਇਸ ਗੱਲ ਨਾਲ ਤੇ ਮੇਰਾ ਖਿਆਲ ਸੰਗਤ ਸਹਿਮਤ ਹੋਏਗੀ ਕਿ ਨਹੀਂ ਕਿ ਹੁਣ ਤੁਸੀਂ ਦੇਖੋ ਕਈ ਕੰਟਰੀਆਂ ਵਿੱਚ, ਮੁਸਲਿਮ ਕੰਟਰੀਆਂ ਵਿੱਚ, ਖਾਸ ਕਰਕੇ ਦੁਬਈ ਵਗੈਰਾ ਵਿੱਚ, ਉੱਥੇ ਮੈਂ ਸੁਣਿਆ ਮਤਲਬ ਕਿ ਨਾ ਮੈਂ ਕਦੀ ਗਈ ਨਹੀਂ ਹੈਗੀ, ਨਾ ਹੀ ਮੇਰੀ ਕੋਈ ਮਤਲਬ ਇੱਛਾ ਹੈਗੀ ਜਾਣ ਦੀ ਉੱਥੇ, ਕਿ ਸੋਨਾ ਜਿਹੜਾ ਮਤਲਬ ਨਾ ਆਮ ਦੁਕਾਨਾਂ ਤੇ ਮਤਲਬ ਭਾਜੀ ਦੀ ਤਰ੍ਹਾਂ ਵਿਕ ਰਿਹਾ ਹੁੰਦਾ ਕਿ ਨਹੀਂ, ਕਿਉਂਕਿ ਉੱਥੇ ਦੀਆਂ ਸਜ਼ਾਵਾਂ ਬੜੀਆਂ ਸਖਤ ਨੇ। ਤੇ ਮੈਂ ਮਤਲਬ ਸੁਝਾਅ ਵੀ ਹੈ ਕਿਉਂਕਿ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ। ਔਰ ਜਦ ਤੁਸੀਂ ਕਹਿਣਾ ਕਿ ਤੁਸੀਂ ਵੱਡੇ ਪੱਧਰ ਤੇ ਇਹਨੂੰ ਲੈ ਕੇ ਜਾਓਗੇ ਤੇ ਮਤਲਬ ਮੈਨੂੰ ਇਹ ਲੱਗਿਆ ਕਿ ਕੁਝ ਆਪਣੀ ਤਰਫੋਂ ਹੀ ਮਤਲਬ ਕਮਿਊਨਿਟੀ ਕਰੇ ਕਿ ਮਤਲਬ ਉਸ ਬੰਦੇ ਨੂੰ ਪਕੜਿਆ ਜਾਏ, ਉਹਨੂੰ ਮੂੰਹ ਖੁਲਵਾਇਆ ਜਾਏ, ਉਹਨੂੰ ਉਸ ਤੋਂ ਡਬਲ ਲਾਲਚ ਦਿੱਤੇ ਜਾਣ, ਤੇ ਕੀ ਨਹੀਂ ਹੋ ਸਕਦਾ ਕਿ ਨਹੀਂ। ਠੀਕ ਹੈ ਜੀ, ਠੀਕ ਹੈ, ਤੇ ਬਹੁਤ ਇਹ ਮੇਰਾ ਵਧੀਆ, ਸੁਝਾਅ ਬਹੁਤ ਸੀ। ਧੰਨਵਾਦ, ਮੇਰੀ ਬਹੁਤ ਧੰਨਵਾਦ। ਮਤ ਬੜੀ ਥੋੜੀ ਜਿਹੀ ਹਾਂ, ਹੈਗੀ ਹੈ, ਪਰ ਹਾਂਜੀ, ਮਤਲਬ ਨਾ ਮੇਰੇ ਦਿਮਾਗ ਵਿੱਚ ਇੱਕ ਨਹੀਂ, ਛੋਟਾ ਜਿਹਾ ਸੁਝਾਅ ਆਇਆ ਤੇ ਮੈਂ ਬਹੁਤ ਕਿਹਾ ਸੋਹਣਾ, ਮੈਂ ਬਹੁਤ ਸੋਹਣਾ। ਜ਼ਰੂਰ ਸ਼ੇਅਰ ਕਰਾਂਗੀ ਤੇ ਸਾਰਿਆਂ ਨਾਲ। ਇੱਕ ਗੱਲ ਓਕੇ ਤੁਸੀਂ ਜੀ, ਵਧੀਆ ਕੀਤੀ ਮੈਨੂੰ ਆ ਸੁਣਨ ਵੀ ਦੀ ਬਹੁਤ ਬਹੁਤ ਆਪਾਂ ਨੂੰ, ਮਿਹਰਬਾਨੀ। ਹਾਂਜੀ ਹਾਂ, ਇੱਕ ਗੱਲ ਤੁਹਾਡੀ ਵਧੀਆ ਸੀ ਵੀ ਸਿੱਖਾਂ ਨੂੰ ਤੇ ਵੈਸੇ ਇਨਸਾਫ ਦੀ ਆਸ ਹੀ ਨਹੀਂ ਰੱਖਣੀ ਚਾਹੀਦੀ, ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਦਾ। ਹਜ਼ਾਰਾਂ ਘਟਨਾਵਾਂ ਹੋਣਗੀਆਂ, ਜੇ ਅਸੀਂ ਲਿਸਟ ਬਣਾਈਏ ਬੜੀ ਲੰਮੀ ਚਲੇ ਜਾਏਗੀ, ਜਿੱਥੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਪਿਆ। ਬਹੁਤ ਵਧੀਕੀਆਂ ਹੋਈਆਂ, ਬੜੇ ਜ਼ੁਲਮ ਹੋਏ, ਹਨਾ, ਬੜਾ ਕੁਝ ਸਾਡੇ ਨਾਲ ਹੋਇਆ, ਬਟ ਉਹ ਕਹਿੰਦੇ ਆ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਆ ਸਾਡੇ। ਬਿਲਕੁਲ ਤੋ ਬਿਲਕੁਲ। ਇਸ ਕਰਕੇ ਇਸ ਮਾਮਲੇ 'ਚ ਵੀ ਮੈਨੂੰ ਨਹੀਂ ਲੱਗਦਾ ਵੀ ਇਹਨੂੰ ਕੋਈ ਬਹੁਤਾ ਉਹ ਸੀਰੀਅਸਲੀ ਲੈ ਕੇ ਚੱਲਣਗੇ, ਜਾਂ ਇੱਕ ਕੋਈ ਕਾਗਜ਼ੀ ਕਾਰਵਾਈ, ਜਾਂ ਕੋਈ ਜਿਵੇਂ ਮੀਡੀਆ 'ਚ ਸੰਗਤ ਦੇ ਉਹਨਾਂ ਨੂੰ ਕਹਿ ਲਈ ਵੀ ਸਾਡੇ ਰੋਹ ਨੂੰ, ਗੁੱਸੇ ਨੂੰ ਸ਼ਾਂਤ ਕਰਨ ਵਾਸਤੇ ਉਹ ਕਹਿ ਤੁਸੀਂ ਦੇਣਗੇ। ਦੇਖੋ ਸੀਰੀਅਸਲੀ ਲੈ ਕੇ ਚੱਲਣਾ ਹੁੰਦਾ ਤੇ ਹਾਂਜੀ, ਤੁਸੀਂ ਦੇਖੋ ਸੀਰੀਅਸਲੀ ਲੈ ਕੇ ਚੱਲਣਾ ਹੁੰਦਾ ਤੇ ਇਹ ਮਤਲਬ ਕਿੰਨੇ ਸਾਲਾਂ ਦੀਆਂ ਇਹ ਮਤਲਬ ਗੱਲਾਂ ਅਸੀਂ ਸੁਣਦੇ ਪਿਆ ਕਿ ਨਹੀਂ। ਮਤਲਬ ਅੱਜ ਔਰ ਕੱਲ ਦੀ ਤੇ ਕੋਈ ਗੱਲ ਨਹੀਂ ਹੈਗੀ, ਕਿੰਨੇ ਸਾਲਾਂ ਤੋਂ। ਜਿਸ ਤਰ੍ਹਾਂ ਹੁਣੇ ਤੁਸੀਂ ਕਿਹਾ ਵੀ ਸੀ ਕਿ ਥੋੜੇ ਜਿਹੇ ਦਿਨਾਂ ਬਾਅਦ ਮਾਮਲਾ ਜਿਹੜਾ ਠੱਪ ਹੋ ਜਾਂਦਾ, ਫਿਰ ਨਵਾਂ ਆ ਜਾਂਦਾ, ਫਿਰ ਠੱਪ ਹੋ ਜਾਂਦਾ, ਤੇ ਇਹੀ ਕੁਝ ਅਸੀਂ ਸੁਣਦੇ ਰਹਿੰਦੇ ਹਾਂ ਕਿ ਨਹੀਂ। ਮਤਲਬ ਬਿਲਕੁਲ ਬਿਲकुल, ਚਲੋ ਵੱਲੋਂ ਠੀਕ ਹੈ ਹੀ ਜੀ, ਕੁਝ ਤੁਹਾਡਾ ਮਤਲਬ ਧੰਨਵਾਦ। ਨਾ। ਔਰ ਆਪਾਂ ਤੁਸੀਂ ਹੁਣ ਹੋਰ ਸੰਗਤਾਂ ਤੋਂ ਵਿਚਾਰ ਲੈ ਲਈਏ। ਬਹੁਤ ਧੰਨਵਾਦ ਤੁਹਾਡਾ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਧੰਨਵਾਦ। ਮੇਰੇ ਹਾਂਜੀ, ਵਿਚਾਰ ਥੈਂਕ ਯੂ। ਸੁਣਨ ਦੀ। ਹਾਂਜੀ, ਅੱਜ ਦੀ ਜੋ ਵਿਚਾਰ ਚੱਲ ਰਹੀ ਹੈ ਉਹ ਹੈਗੀ ਆਪਣੀ ਆਨੰਦਪੁਰ ਸਾਹਿਬ ਦੇ ਵਿੱਚ ਹੋਈ ਬੇਅਦਬੀ ਦੇ ਨਾਲ ਸੰਬੰਧਿਤ, ਤੇ ਵੀ ਸਿੱਖ ਜਗਤ ਨੂੰ ਇਹਦੇ ਪ੍ਰਤੀ ਕੀ ਪ੍ਰਤੀਕਰਮ ਬਣਦਾ ਸਾਡਾ। ਵੈਸੇ ਸਾਨੂੰ ਇਹ ਵੀ ਚਾਹੀਦਾ ਸੀਗਾ ਵੀ ਮੇਰੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ, ਜੋ ਕਿਉਂਕਿ ਜਿਸ ਦੇ ਅੰਡਰ ਇਹ ਗੁਰਦੁਆਰਾ ਸਾਹਿਬ ਸਾਡਾ ਅਕਾਲ ਤਖਤ ਆਪਣਾ ਕੇਸਗੜ੍ਹ ਸਾਹਿਬ ਤਖਤ ਆ ਰਿਹਾ, ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਖਿਲਾਫ ਵੀ ਥੋੜਾ ਪ੍ਰੋਟੈਸਟ ਕਰਨਾ ਚਾਹੀਦਾ ਹੈ। ਕਿ ਦੇਖੋ ਇਹਨਾਂ ਨੇ ਹੁਣ ਕੀ ਕੀਤਾ ਹੋਇਆ, ਅੰਮ੍ਰਿਤਸਰ ਦੇ ਵਿੱਚ ਨਾ ਇੱਕ ਟਾਸਕ ਫੋਰਸ ਬਣਾਈ ਹੋਈ ਹੈ। ਉਹ ਟਾਸਕ ਫੋਰਸ ਹੁਣ ਕਰਦੀ ਕੀ ਆ, ਉਹ ਸਿੱਖਾਂ ਨੂੰ ਹੀ ਕੁੱਟਦੀ ਹੈ। ਭਾਵ ਕਿ ਵੀ ਜਿਹੜੇ SGPC ਦੀ ਐਂਟੀ ਨੇ, ਜਾਂ ਉਹਨਾਂ ਦਾ ਕਿਸੇ ਗੱਲ ਤੁਸੀਂ ਵਿਰੋਧ ਕਰਦੇ ਆ ਨਾ, ਵੀ ਤੁਸੀਂ ਆਹ ਗੱਲ ਠੀਕ ਨਹੀਂ ਜੀ ਕਰਦੇ, ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਗਲਤ ਹੋ ਰਿਹਾ, ਉਹਨਾਂ ਤੇ ਟਾਸਕ ਫੋਰਸ ਲਾਠੀਆਂ ਬਰਸਾਉਂਦੀ ਆ। ਸਿੱਖਾਂ ਨੂੰ ਕੁੱਟਣ ਦੇ ਸਿੱਖ ਰੱਖੇ ਹੋਏ ਨੇ। ਹੁਣ ਚਾਹੀਦਾ ਤਾਂ ਇਹ ਸੀ ਵੀ ਜਿਹੜੇ ਐਸਾ ਕਰਮ ਕਰਦੇ ਵੀ ਥੋੜਾ ਬਹੁਤਾ ਇੱਧਰ ਵੀ ਆਪਣਾ ਹੱਥ ਅਜਮਾ ਕੇ ਦੇਖ ਲਓ। ਮਤਲਬ ਸੋਚ ਕੇ ਦੇਖੋ ਵੀ ਸਾਡੀ ਕੌਮ ਦੀ, ਸਾਡੀਆਂ ਇਹ ਸਿਰਮੌਰ ਸੰਸਥਾਵਾਂ ਦੀ ਸੋਚ ਕਿੱਥੇ ਚਲੀ ਗਈ।
ਹਨਾ, ਵੀ ਜੇ ਕੋਈ ਵਿਰੋਧ ਪ੍ਰਗਟ ਕਰ ਰਿਹਾ ਹੈ ਜਾਂ ਉਹਨੂੰ ਕੁਝ ਗਲਤ ਲੱਗ ਰਿਹਾ, ਉਹਦਾ ਅਰਥ ਇਹ ਤੇ ਨਹੀਂ ਹੁੰਦਾ ਵੀ ਤੁਸੀਂ ਉਹਨੂੰ ਕੁੱਟ ਕੇ ਮਾਰ ਕੇ ਉਹਨੂੰ ਇਤਨੇ ਕਹਿ ਲਈਏ ਫਿਜ਼ੀਕਲੀ ਪਨਿਸ਼ਮੈਂਟ ਦੇਣਾ ਜਾਂ ਇਹਦੇ ਤੇ ਅਟੈਕ ਕਰਨਾ। ਇਹ ਤੇ ਸਿੱਖੀ 'ਚ ਹੈ ਹੀ ਨਹੀਂ, ਗੁਰਮਤ 'ਚ ਹੈ ਹੀ ਨਹੀਂ। ਅਸੀਂ ਕੋਈ ਉੱਥੇ ਹਮਲਾ ਕਰਨ ਨਹੀਂ ਜਾ ਰਹੇ, ਅਸੀਂ ਅਕਾਲ ਤਖਤ ਦੇ ਉੱਪਰ ਕੋਈ ਅਟੈਕ ਕਰਨ ਜਾਂ ਉੱਥੇ ਸੋਨਾ ਲੁੱਟਣ ਜਾਂ ਗੁਲਕ ਲੁੱਟਣ ਤੇ ਜਾਂਦਾ ਨਹੀਂ ਕੋਈ ਸਿੱਖ। ਸਿੱਖ ਤਾਂ ਇੱਕ ਸ਼ਰਧਾਲੂ ਬਣ ਕੇ ਜਾਂਦਾ, ਸੇਵਕ ਬਣ ਕੇ ਜਾਂਦਾ, ਆਪਣੇ ਗੁਰੂ ਦੇ ਦਰ ਤੇ ਆਪਣਾ ਹੱਕ ਜੋ ਉਹਦਾ ਹੈ, ਉਸ ਹੱਕ ਨੂੰ ਤੇ ਉਸ ਫਰਜ਼ ਨੂੰ ਨਿਭਾਉਣ ਜਾਂਦਾ। ਤੇ ਹੁਣ ਉਹ ਟਾਸਕ ਫੋਰਸ ਉੱਥੇ ਸਿੱਖਾਂ ਨੂੰ ਤਾਂ ਕੁੱਟਦੀ ਆ, ਪਾਰਟੀਬਾਜੀ ਗਰੁੱਪ ਦੇ ਵਿੱਚ ਆ ਕੇ ਵੀ ਹਾਂ ਇਹ ਐਂਟੀ ਗਰੁੱਪ ਹੈ ਜੀ, ਸਾਡੀ ਵਿਰੋਧੀ ਪਾਰਟੀ ਹੈ। ਪਰ ਜਿੱਥੇ ਤੁਹਾਡੀ ਅਸਲ 'ਚ ਲੋੜ ਹੈ, ਜਿੱਥੇ ਤੁਹਾਡੇ ਹੱਥ ਚੱਲਣ, ਉੱਥੇ ਤੁਹਾਡੇ ਹੱਥ 'ਚ ਚੂੜੀਆਂ ਪੈ ਜਾਂਦੀਆਂ ਨੇ। ਤਾਂ ਕਿਉਂ ਨਾ ਮੇਰੇ ਹਿਸਾਬ ਨਾਲ ਵੀ ਸਾਨੂੰ ਇੱਕ ਐਸਾ ਕੋਈ ਪ੍ਰਤੀਕਰਮ ਇਹਨਾਂ ਦੇ ਖਿਲਾਫ ਵੀ ਦੇਣਾ ਚਾਹੀਦਾ ਹੈ ਵੀ ਅਸਲ 'ਚ ਵੀ ਜਿੱਥੇ ਤੁਹਾਡੀ ਸਿਕਿਉਰਿਟੀ ਦੀ ਲੋੜ ਹੈ ਹਨਾ, ਵੀ ਇਹ ਕੁਝ ਹੋ ਰਿਹਾ ਹੈ, ਤੁਸੀਂ 50-50 100-100 ਬੰਦਾ ਘੱਟੋ ਘੱਟ ਉੱਥੇ ਸੇਵਾਦਾਰ ਹੋਏਗਾ। ਤੇ ਦੂਜੀ ਗੱਲ, ਤੁਹਾਡੇ ਕੋਲ ਸਿਰਫ ਡਾਂਗ ਵਾਲੇ ਬੰਦੇ ਨੇ, ਤੁਸੀਂ ਸੋਟੀਆਂ ਫੜਾ ਕੇ ਖੜਾਏ ਹੋਏ ਨੇ, ਇੰਟੈਲੀਜੈਂਟ ਕੋਈ ਨਹੀਂ ਹੈ ਤੁਹਾਡੇ 'ਚ। ਤੁਹਾਡੀ ਇੰਟੈਲੀਜੈਂਸੀ ਕਿੱਥੇ ਗਈ ਬਈ? ਤੁਸੀਂ ਬੰਦੇ ਨੂੰ ਪਰਖ ਨਹੀਂ ਸਕੇ। ਜੇ ਇੱਕ ਸਰਕਾਰ ਇੰਟੈਲੀਜੈਂਸੀ ਰੱਖ ਸਕਦੀ ਆ ਪੂਰੇ ਸਟੇਟ ਦੇ ਵਿੱਚ, ਪੂਰੇ ਦੇਸ਼ ਵਿੱਚ, ਹਰ ਜਗ੍ਹਾ ਤੇ ਉਹਦੇ ਇੰਟੈਲੀਜੈਂਸੀ ਦੇ ਬੰਦੇ ਹੁੰਦੇ ਨੇ ਜਿਹੜੇ ਕਈ ਤਰੀਕਿਆਂ ਨਾਲ ਇਹ ਸਾਰਾ ਕੰਮ ਦੇਖ ਰੇਖ ਕਰਦੇ ਨੇ, ਬੰਦੇ ਨੂੰ ਦੂਰੋਂ ਦੇਖ ਕੇ ਪਰਖ ਲੈਂਦੇ ਨੇ, ਦੱਸ ਦਿੰਦੇ ਨੇ ਵੀ ਆਹ ਬੰਦਾ ਇਸ ਤਰ੍ਹਾਂ ਦਾ, ਬੰਦਾ ਇਸ ਤਰ੍ਹਾਂ ਦਾ, ਸ਼ੱਕੀ ਉਹਨਾਂ ਨੂੰ ਨਜ਼ਰ ਆ ਜਾਂਦੇ ਨੇ। ਤੁਹਾਡੇ ਕੋਲ ਇੰਟੈਲੀਜੈਂਸੀ ਕਿੱਥੇ ਗਈ? ਤਾਂ ਉਹਦੇ ਖਿਲਾਫ ਵੀ ਸਾਨੂੰ ਜਾਂ ਤੇ ਉਹਨੂੰ ਰਿਟਨ 'ਚ ਦੇਣਾ ਚਾਹੀਦਾ ਹੈ ਜਾਂ ਕੋਈ ਆਪਾਂ ਉਹਦਾ ਕੋਈ ਮੀਡੀਆ ਦੇ ਵਿੱਚ ਕੋਈ ਉਹਦਾ ਪ੍ਰਤੀਕਰਮ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈਗਾ। ਹਾਂਜੀ, ਹੋਰ ਹੁਣ ਕੌਣ ਵਿਚਾਰ ਸਾਂਝੇ ਕਰਨਾ ਚਾਹੁੰਦਾ ਇਸ ਮਾਮਲੇ ਤੇ? ਦਾ ਬਹੁਤ ਗੰਭੀਰ ਮੁੱਦਾ ਉਠਾਇਆ ਗਿਆ, ਛੋਹਿਆ ਗਿਆ ਅੱਜ, ਤੇ ਕੀ ਬੋਲਿਆ ਜਾਵੇ ਜਦੋਂ ਵੀ ਇਹ ਗੱਲ ਤੁਰਦੀ ਆ ਤੇ ਬਹੁਤ ਜ਼ਿਆਦਾ ਹਨਾ ਮਨ 'ਚ ਹਲਚਲ ਪੈਦਾ ਹੋ ਜਾਂਦੀ ਹੈ, ਹਨੇਰੀ ਚੱਲ ਪੈਂਦੀ ਹੈ ਅੰਦਰ। ਤੇ ਜਣੀ ਦੀ ਇਹਨਾਂ ਨੂੰ ਜਿਹੜੀਆਂ ਭਾਵਨਾਵਾਂ ਆ ਜਾਂਦੀਆਂ ਨੇ, ਸੰਵੇਗ ਆ ਜਾਂਦੇ ਨੇ, ਇਹਨਾਂ ਨੂੰ ਸ਼ਬਦਾਂ ਦਾ ਰੂਪ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਇੱਕ ਅੱਧੀ ਵਾਰ ਹੋਇਆ ਮੰਨਿਆ ਜਾ ਸਕਦਾ, ਇਹ ਵਾਰ-ਵਾਰ ਏਦਾਂ ਕਿਉਂ ਹੋ ਰਿਹਾ ਹੈ। ਤੇ ਇੰਨੇ ਕੇਸ ਹੋ ਚੁੱਕੇ ਆ ਤੇ ਅਜੇ ਤੱਕ ਇੱਕ ਵੀ ਕੇਸ ਚੋਂ ਕੋਈ ਅਸਲ ਮੁੱਦੇ ਦੀ ਜੜ ਨਹੀਂ ਫੜੀ ਜਾ ਸਕੀ। ਕਾਨੂੰਨ ਤੋਂ ਤਾਂ ਜਿਵੇਂ ਭੈਣ ਜੀ ਨੇ ਗੱਲ ਕਹਿ ਦਿੱਤੀ ਤੇ ਵੀਰ ਜੀ ਨੇ ਉਹ ਤੇ ਮੋਹਰ ਵੀ ਤਾਕੀਦ ਕਰ ਦਿੱਤੀ ਆ ਵੀ ਕਾਨੂੰਨ ਤੋਂ ਅਸੀਂ ਸਾਨੂੰ ਨਾ ਇਨਸਾਫ ਮਿਲਣਾ ਤੇ ਨਾ ਹੀ ਸਾਨੂੰ ਆਸ ਹੈਗੀ ਹੈ, ਕਿਉਂਕਿ ਜਿਹੜੇ ਕਾਨੂੰਨਾਂ ਨੇ ਸਾਨੂੰ ਸਾਡੇ 84 ਦੇ ਹਨਾ ਇੰਨੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦਾ ਕੋਈ ਇਨਸਾਫ ਨਹੀਂ ਦਿਵਾਇਆ, ਤੇ ਹੁਣ ਵੀ ਜਿਹੜੇ ਹੁਣ ਹੋ ਰਹੇ ਨੇ ਉਹਨਾਂ ਦਾ ਵੀ ਕਦੇ ਮਿਲ ਨਹੀਂ ਸਕਦਾ। ਤੇ ਜਿਹੜੇ ਸਿਸਟਮ ਨੇ ਸਿੱਖਾਂ ਨੂੰ ਇਹ ਹਾਲਾਤਾਂ ਤੱਕ ਪਹੁੰਚਾਇਆ, ਇੰਨੇ ਅੱਲੇ ਜ਼ਖਮ ਦਿੱਤੇ ਨੇ, ਉਹੀ ਸਿਸਟਮ ਸਾਡੇ ਜ਼ਖਮਾਂ ਤੇ ਮੱਲਮ ਲਾ ਦੂ, ਇਹ ਆਪਾਂ ਆਸ ਨਾ ਰੱਖੀਏ। ਤੇ ਇਹਦਾ ਤਾਂ ਮੇਰੇ ਹਿਸਾਬ ਨਾਲ ਜਿੱਥੇ ਮੈਨੂੰ ਲੱਗਦਾ ਵੀ ਇਹ ਹੈਲੋ ਗੁਰਪ੍ਰੀਤ ਵੀਰ ਜੀ, ਤੁਸੀਂ ਅਨਮਿਊਟ ਹੋਇਓ। ਹਾਂਜੀ, ਹਾਂ ਮਿਊਟ ਹੋ ਗਏ, ਬੋਲੋ। ਮੇਰੀ ਹੁਣ ਤੱਕ ਆਵਾਜ਼ ਆਈ ਹੈ ਜੀ ਕਿ ਠੀਕ ਹੈ? ਨਹੀਂ, ਹਾਂ, ਮੇਰੇ ਤੁਹਾਡੇ ਹਿਸਾਬ ਨਾਲ ਤੁਸੀਂ ਕਹਿ ਰਹੇ ਸੀ, ਮੇਰੇ ਹਿਸਾਬ ਨਾਲ ਇਹ ਲੱਗਦਾ, ਇੱਥੋਂ ਬੋਲਿਓ। ਹਾਂਜੀ, ਮੇਰੇ ਹਿਸਾਬ ਨਾਲ ਲੱਗਦਾ ਵੀ ਆਪਾਂ ਨੂੰ ਖਾਲਸਾ ਰਵਾਇਤਾਂ ਅਨੁਸਾਰ ਹੀ ਇਹਦੀ ਸਜ਼ਾ ਦੇਣੀ ਬਣਦੀ ਆ, ਤਾਂ ਹੀ ਇਹ ਰੁਕ ਸਕਦਾ, ਨਹੀਂ ਇਹ ਰੁਕਣ ਵਾਲੀ ਲੱਗਦਾ ਨਹੀਂ ਹੈ। ਕਿਉਂਕਿ ਜਿਹੜੀ ਇਹ ਕਮਲੇ ਬੌਲਿਆਂ ਵਾਲੀ ਗੱਲ ਆ ਜਾਂਦੀ ਆ, ਇਹ ਕਮਲੇ ਬੌਲੇ ਤਾਂ ਪ੍ਰਮਾਤਮਾ ਵੱਲੋਂ ਜਦੋਂ ਤੋਂ ਦੁਨੀਆ ਬਣਾਈ ਆ ਉਦੋਂ ਤੋਂ ਹੀ ਚੱਲਦੇ ਆਏ ਨੇ ਸ਼ਾਇਦ। ਇਹ ਥੋੜੀ 5-7 ਸਾਲਾਂ ਤੋਂ 10 ਸਾਲਾਂ ਤੋਂ ਕਮਲੇ ਬੌਲੇ ਸ਼ੁਰੂ ਹੋ ਗਏ, ਪਹਿਲਾਂ ਕਦੇ ਨਹੀਂ ਸੀ ਸੁਣਿਆ ਕੋਈ ਇਹੋ ਜਿਹੀ ਬੇਅਦਬੀ ਵਾਲੀ ਗੱਲ ਹੋਈ ਹੋਵੇ। ਪਰ ਇਹ ਬਰਗਾੜੀ ਜਦੋਂ ਤੋਂ ਉਦੋਂ ਬਾਅਦ ਇਹ ਕਮਲਿਆਂ ਬੌਲਿਆਂ ਨੂੰ ਸਾਰਾ ਕੁਝ ਇਹੀ ਸੁਝਣ ਲੱਗ ਪਿਆ। ਤੇ ਸਾਡੀ ਕੌਮ ਸੋਚੇ, ਸਾਡੇ ਲੋਕ ਸੋਚਣ ਵੀ ਜਿਹੜੇ ਬੰਦੇ ਫੜੇ ਜਾਂਦੇ ਇਹਨਾਂ 'ਚ ਕਦੇ ਇਹੋ ਜਿਹਾ ਕੇਸ ਵੀ ਨਹੀਂ ਹੁੰਦਾ ਵੀ ਬੇਅਦਬੀ ਹੋ ਗਈ, ਬੰਦਿਆਂ ਦਾ ਪਤਾ ਹੀ ਨਹੀਂ ਲੱਗਿਆ, ਉਹ ਸ਼ਰੇਆਮ ਫੜੇ ਜਾਂਦੇ ਨੇ ਹਰ ਵਾਰ। ਤੇ ਉਹ ਮਾਮਲੇ ਦੀ ਤਹਿ ਤੱਕ ਕਿਉਂ ਨਹੀਂ ਜਾਇਆ ਜਾਂਦਾ, ਉਹਦੀ ਬੰਦੇ ਦੀ ਪੂਰੀ ਹਿਸਟਰੀ ਕਿਉਂ ਨਹੀਂ ਫਰੋਲੀ ਜਾਂਦੀ, ਕਿਉਂ ਨਹੀਂ ਦੱਸਿਆ ਜਾਂਦਾ? ਚਲੋ ਜਿਨ੍ਹਾਂ ਨੂੰ ਪਤਾ, ਜਿਹੜੇ ਜਾਣਦੇ ਨੇ, ਉਹ ਬੰਦੇ ਨੂੰ, ਹਰ ਬੰਦੇ ਨੂੰ ਕੋਈ ਨਾ ਕੋਈ ਤਾਂ ਜਾਣਦਾ ਹੀ ਆ ਨਾ, ਉੱਥੋਂ ਦੇ ਲੋਕਲ ਜਾਣਦੇ ਨੇ, ਉਹਨਾਂ ਤੋਂ ਪੁੱਛ ਗਿੱਛ ਕਰਕੇ ਸਾਰੀ ਕੌਮ ਤੱਕ ਕਿਉਂ ਨਹੀਂ ਪਹੁੰਚਾਇਆ ਜਾਂਦਾ? ਮੈਨੂੰ ਤਾਂ ਮੇਰੇ ਤਾਂ ਨੋਨ 'ਚ ਅੱਜ ਤੱਕ ਕੋਈ ਹੈ ਨਹੀਂ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ, ਪਰ ਕਿਤੋਂ ਤਾਂ ਉਹ ਹੈਗੇ ਨੇ ਬੰਦੇ, ਉੱਥੋਂ ਦੇ ਲੋਕਾਂ ਨੂੰ ਉਹਨਾਂ ਦੀ ਸਾਰੀ ਹਿਸਟਰੀ ਪਤਾ ਹੈ ਵੀ, ਤੇ ਉਹ ਸਾਰੀ ਕੌਮ ਨੂੰ ਕਿਉਂ ਨਹੀਂ ਪਤਾ ਲੱਗਦੀ, ਕਿਉਂ ਨਹੀਂ ਸਾਹਮਣੇ ਲਿਆਂਦੀ ਜਾਂਦੀ ਹੈ ਨਾ? ਤੇ
ਇਹ ਤਾਂ ਆਪਣੀ ਕੌਮ ਕਰ ਸਕਦੀ ਹੈ ਜੀ। ਬਾਕੀ ਜਿਹੜੀ ਖਾਲਸਾ ਰਵਾਇਤ ਅਨੁਸਾਰ ਆ, ਪਹਿਲੀ ਗੱਲ ਤਾਂ ਜਿਵੇਂ ਭੈਣ ਜੀ ਕਹਿੰਦੇ ਸੀ ਵੀ ਜਿੰਨਾ ਬੰਦੇ ਨੂੰ ਉਹਨੂੰ ਲਾਲਚ ਦਿੱਤਾ ਗਿਆ ਉਹ ਤੋਂ ਜੇ ਡਬਲ ਲਾਲਚ ਦੇ ਕੇ ਵੀ, ਟ੍ਰਿਪਲ ਦੇ ਕੇ ਵੀ ਉਹ ਬੰਦਾ ਕਿਸੇ ਲੋਟ ਕਿਤੋਂ ਪਤਾ ਲੱਗਦੀ ਆ, ਕੋਈ ਸੂਹ ਮਿਲਦੀ ਆ, ਲੈਣੀ ਚਾਹੀਦੀ ਆ। ਨਹੀਂ ਤਾਂ ਮੌਕੇ ਤੇ ਜੇ ਬਹੁਤਾ ਨਹੀਂ ਹੋ ਸਕਦਾ, ਘੱਟੋ ਘੱਟ ਉਸ ਬੰਦੇ ਦੀਆਂ ਦੋਨੋਂ ਲੱਤਾਂ ਦੋਨੋਂ ਬਾਹਾਂ ਟੁੱਟ ਜਾਣੀਆਂ ਚਾਹੀਦੀਆਂ ਨੇ। ਉੱਥੇ ਬੰਦਾ ਆਪਦੇ ਹੱਥਾਂ ਪੈਰਾਂ ਤੇ ਤੁਰ ਕੇ ਜਾ ਸਕਣ ਵਾਲਾ ਨਹੀਂ ਹੋਣਾ ਚਾਹੀਦਾ ਉੱਥੋਂ। ਜਿਵੇਂ ਕਿ ਆਰਾਮ ਨਾਲ ਉਹਦੇ ਮਾੜਾ ਮੋਟਾ ਹੱਥ ਧੌਲਾ ਕਰਕੇ ਉਹਨੂੰ ਪੁਲਿਸ ਨੂੰ ਫੜਾ ਦਿੱਤਾ ਜਾਂਦਾ। ਇਹ ਉਦੋਂ ਬਾਅਦ ਪੁਲਿਸ ਨੂੰ ਫੜਾਉਣ ਤੋਂ ਬਾਅਦ ਕਦੇ ਕਿਸੇ ਕੇਸ ਦੀ ਕੋਈ ਉਹਦੀ ਸਾਨੂੰ ਸੁੱਧ ਬੁੱਧ ਨਹੀਂ ਉਹਦੀ ਪਤਾ ਲੱਗੀ ਅੱਜ ਤੱਕ। ਇਹ ਦੇਖੋ ਆਪਣੇ ਪਿੱਛੇ ਨਾ ਆਪਾਂ ਕਾਨੂੰਨ ਦੀ ਗੱਲ ਕਰਦੇ ਹਾਂ, ਕਾਨੂੰਨ ਨੂੰ ਕਈ ਵਾਰ ਕਾਨੂੰਨ ਵਾਲਿਆਂ ਨੂੰ ਵੀ ਪਤਾ ਵੀ ਇੰਡੀਆ 'ਚ ਕਾਨੂੰਨ ਕਿਹੋ ਜਿਹੇ ਆ। ਕਾਨੂੰਨ ਦੀਆਂ ਕਮਜ਼ੋਰੀਆਂ ਦਾ ਪਤਾ ਹੁੰਦਾ ਉਹਨਾਂ ਨੂੰ, ਕਾਨੂੰਨ ਦੀਆਂ ਕਮਜ਼ੋਰੀਆਂ ਦਾ ਪਤਾ। ਕਈ ਇਹੋ ਜਿਹੇ ਕੇਸ ਆ ਗਏ ਆਪਣੇ, ਜਿਵੇਂ ਆਪਣੇ ਥੋੜਾ ਚਿਰ ਪਹਿਲਾਂ ਹੀ ਪੰਜਾਬ 'ਚ ਹੀ ਹੋ ਕੇ ਹਟਿਆ ਵੀ ਇੱਕ ਉਹ 2 ਪੁਲਿਸ ਵਾਲੇ ਮਾਰਤੇ ਸੀ ਇੱਕੋ ਗੈਂਗਸਟਰਾਂ ਨੇ। ਗੱਡੀ 'ਚੋਂ ਜਾਂਦੇ ਨੇ ਨਾ ਉਹਨੂੰ ਹੱਥ ਦਿੱਤਾ, ਉਹ ਰੁਕੇ ਨਹੀਂ, ਉਹਨਾਂ ਕੋਲੇ ਸਮਗਲਿੰਗ ਦਾ ਮਾਲ ਸੀ, ਬਹੁਤ ਕੁਛ ਸੀ, ਤੇ ਉਹ 2 ਪੁਲਿਸ ਵਾਲਿਆਂ ਨੂੰ ਮਾਰ ਕੇ ਸਿੱਟ ਗਏ ਸੀ। ਤੇ ਉਹ ਪੁਲਿਸ ਵਾਲਿਆਂ ਨੇ ਕੁਛ ਦਿਨਾਂ ਬਾਅਦ ਉਹਨਾਂ ਦਾ ਐਨਕਾਊਂਟਰ 'ਚ ਉਹ ਬੰਦੇ ਮਾਰਤੇ। ਹਾਂਜੀ, ਹਾਲਾਂਕਿ ਪੁਲਿਸ ਵਾਲਿਆਂ ਨੂੰ ਕਲਕੱਤੇ ਵੀ ਇੱਕ ਆਪਣੇ ਹਾਂ ਕਿੱਥੇ ਮਾਰੇ ਨੇ ਉਹ ਜਿਹੜੇ 2 ਪੁਲਿਸ ਵਾਲਿਆਂ ਨੂੰ ਮਾਰਿਆ ਸੀ ਉਹਨਾਂ ਨੇ? ਪਟਿਆਲੇ ਦੀ ਨੀਅਰ ਆ ਜੀ ਕੋਈ, ਉੱਥੇ ਉਹਨਾਂ ਦਾ ਆਪਦਾ ਡੇਰਾ ਮੱਲਿਆ ਹੋਇਆ ਸੀਗਾ, ਮਤਲਬ ਕਬਜ਼ੇ ਕੀਤਾ ਹੋਇਆ ਸੀ ਇੱਕ ਤਰ੍ਹਾਂ ਦਾ। ਉਹ ਹੋਰ ਸੀਗਾ, ਉਹਦਾ ਨਿਹੰਗ ਸਿੰਘਾਂ ਦੀ ਗੱਲ ਆ। ਇਹ ਨਾ ਪਿੱਛੇ ਜੇ ਪੁਲਿਸ ਨੇ ਫਿਰ ਕਲਕੱਤੇ ਜਾ ਕੇ ਮਾਰੇ ਸੀ, ਮੇਰੇ ਖਿਆਲ 'ਚ 2 ਭਰਾ ਸੀ ਸ਼ਾਇਦ। ਹਾਂਜੀ, ਪੁਲਿਸ ਵਾਲੇ ਮਾਰੇ ਸੀ ਸੰਗਰੂਰ ਦੇ ਵਿੱਚ। ਹਾਂਜੀ ਉਹੀ। ਚਲੋ ਆਪਾਂ ਨੂੰ ਉਹ ਕੇਸ ਨਾਲ ਕੋਈ ਲਾਗਾ ਦੇਗਾ ਨਹੀਂ, ਆਪਾਂ ਜਿਹੜੀ ਉਹ ਚੋਂ ਸਮਝਣ ਵਾਲੀ ਗੱਲ ਹੈ ਵੀ ਉਹ ਪੁਲਿਸ ਵਾਲਿਆਂ ਨੇ ਦੇਖੋ ਜੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ, ਉਹਨਾਂ ਨੂੰ ਵੀ ਪਤਾ ਸੀ ਇਹਨਾਂ ਤੇ ਟ੍ਰਾਇਲ ਚੱਲੀ ਜਾਣੇ ਆ ਲੰਬਾ ਟਾਈਮ, ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਕਦੋਂ ਇਹਨਾਂ ਨੂੰ ਜਾ ਕੇ ਸਜ਼ਾ ਮਿਲਣੀ ਆ ਜਾਂ ਨਹੀਂ ਵੀ ਮਿਲਣੀ, ਕੁਛ ਨਹੀਂ ਪਤਾ। ਉਹ ਪੁਲਿਸ ਵਾਲਿਆਂ ਨੇ ਵੀ ਆਪਣੇ ਮਹਿਕਮੇ ਦੇ ਆਪ ਬਦਲਾ ਲੈਣ ਲਈ, ਚਲੋ ਆਪਾਂ ਇਹਨੂੰ 100% ਸਹੀ ਨਹੀਂ ਕਹਿੰਦੇ ਵੀ ਏਦਾਂ ਹੀ ਹੋਇਆ ਹੋ, ਪਰ ਇਹ ਸੰਭਾਵਨਾਵਾਂ ਪੂਰੀ ਆ ਉਹਦੇ 'ਚ ਵੀ ਉਹਨਾਂ ਨੇ ਸਾਡੇ ਬੰਦੇ ਮਾਰੇ ਸੀ, ਇਹਨਾਂ ਨੂੰ ਨਾਲ ਦੀ ਨਾਲ ਖਤਮ ਕਰੋ। ਕਿਹੜਾ ਉਹਨਾਂ ਨੇ ਆਪਣੇ ਕਾਨੂੰਨ ਨੂੰ ਆਪਣੇ ਹਿਸਾਬ ਨਾਲ ਵਰਤ ਕੇ ਉਹਨਾਂ ਨੂੰ ਬਣਦੀ ਸਜ਼ਾ ਜਿਹੜਾ ਉਹਨਾਂ ਨਾਲ ਹੋਇਆ ਸੀ ਉਹਦੀ ਦੇਤੀ ਉਹਨਾਂ ਨੂੰ ਜਿਹੜੀ। ਹਾਂ, ਇੱਥੇ ਇਹੀ ਗੱਲ ਧਿਆਨ ਦੇਣ ਯੋਗ ਆ ਵੀ ਉਹਨਾਂ ਨੇ ਕਾਨੂੰਨ ਦਾ ਸਹਾਰਾ ਨਹੀਂ ਲਿਆ ਹੈਗਾ। ਉਹਨਾਂ ਨੇ ਆਪਣੀ ਜਿਹੜੀ ਕਹਿ ਲਈਏ ਵੀ ਆਪਣੀ, ਉਹਨਾਂ ਨੂੰ ਇਹ ਲੱਗਿਆ ਵੀ ਸਾਡੀ ਬਹੁਤ ਵੱਡੀ ਇਨਸਲਟ ਹੋਈ ਹੈ, ਸਾਡਾ ਬੰਦਾ ਮਾਰਿਆ, ਉਹਨਾਂ ਨੇ ਆਪਣਾ ਗੁੱਸਾ ਉਹਨਾਂ ਨੂੰ ਮਾਰ ਕੇ ਸ਼ਾਂਤ ਕੀਤਾ। ਬਿਲਕੁਲ ਆਪਾਂ ਨੂੰ ਵੀ ਬਸ ਇਹੀ ਇੱਕ ਹੱਲ ਆ। ਦੇਖੋ ਇਹ 2 ਹੁਣ ਤੱਕ ਪਤਾ ਨਹੀਂ ਕਿੰਨੀਆਂ, ਕੋਈ ਗਿਣਤੀ ਨਹੀਂ ਰਹੀ ਜਿੰਨੀਆਂ ਬੇਅਦਬੀਆਂ ਹੋ ਗਈਆਂ, ਤੇ 2 ਕੇਸ ਮੈਨੂੰ ਲੱਗਦਾ ਵੀ 2 ਕੇਸ ਹੋਏ ਨੇ ਜਿਨ੍ਹਾਂ ਨਾਲ ਖਾਲਸਾ ਰਵਾਇਤ ਅਨੁਸਾਰ ਸਜ਼ਾ ਦਿੱਤੀ ਗਈ ਆ। ਇੱਕ ਤਾਂ ਲੁਧਿਆਣੇ ਇੱਕ ਮੈਨੂੰ ਲੱਗਦਾ ਬਿਹਾਰੀ ਮਜ਼ਦੂਰ ਸੀਗਾ ਬੇਟਾ ਦਮਨਦੀਪ ਸਿੰਘ ਸੀ, ਉਹ ਵੀਰ ਜੀ ਦਾ ਪਤਾ ਨਹੀਂ ਕੀ ਨਾਂ ਉਹਨਾਂ ਨੇ ਥਾਣੇ ਮਨਦੀਪ ਸਿੰਘ ਜਿਹਨੇ ਮੇਰੇ ਖਿਆਲ ਸਾਹਨੇਵਾਲ ਜੇਲ੍ਹ ਦੇ ਵਿੱਚ ਜਾ ਕੇ ਗੋਲੀ ਮਾਰੀ ਸੀ। ਹਾਂਜੀ, ਉਹਨੂੰ ਲੌਕਅਪ 'ਚ ਉਹਨੂੰ ਗੱਡੀ ਚਾੜਿਆ ਸੀ। ਹਾਂ ਬਿਲਕੁਲ, ਉਹ ਭਾਈ ਮਨਦੀਪ ਸਿੰਘ। ਸਾਹਨੇਵਾਲ ਜੇਲ੍ਹ ਨਹੀਂ ਸੀ ਜੀ, ਸਾਹਨੇਵਾਲ ਥਾਣੇ ਦੇ ਵਿੱਚ ਹੀ ਕਰ ਦਿੱਤਾ ਗਿਆ। ਥਾਣੇ 'ਚ ਵਿੱਚ ਸੀ, ਹਾਂਜੀ ਥਾਣੇ ਵਿੱਚ ਸੀ, ਹਾਂਜੀ ਬਿਲਕੁਲ। ਹਾਂਜੀ, ਹਜੇ ਤਾਂ ਉਹਨੂੰ ਗ੍ਰਿਫਤਾਰ ਕੀਤਾ ਸੀ ਬਸ, ਅਜੇ ਕੁਛ ਨਹੀਂ ਸੀ ਉਹਦੇ, ਹਜੇ ਤਾਂ ਕਾਰਵਾਈ ਸ਼ੁਰੂ ਹੋਣੀ ਸੀ ਉਹਦੇ ਤੇ। ਉਹਨੇ ਪਹਿਲਾਂ ਹੀ ਜਾ ਕੇ ਉੱਥੇ ਉਹਦੇ ਨਾਲ ਗੱਲ ਕੀਤੀ ਸੀ, ਤੂੰ ਇਹ ਕਿਉਂ ਕੀਤਾ? ਉਹ ਕਹਿੰਦਾ ਮੈਂ ਤਾਂ ਫੇਰ ਵੀ ਕਰੂੰਗਾ। ਉਹਨੇ ਨਾਲ ਦੀ ਨਾਲ ਉਹਨੂੰ ਅੰਦਰ ਹੀ ਸੁੱਟਤਾ ਸੀ। ਅੱਛਾ। ਤੇ ਇੱਕ ਹੋਇਆ ਸੀ ਆਪਣੇ ਇੱਥੇ ਆਲਮਗੀਰ, ਬੀਬੀ ਨੇ ਕੀਤੀ ਸੀ ਜਿਹੜੀ ਇੱਕ ਨੇ, ਤੇ ਉਹ ਇੱਥੋਂ ਸਾਡੇ ਨੇੜੇ ਹੀ ਸੀ ਪਿੰਡ, ਸਿੰਘ ਗੁਰਪ੍ਰੀਤ ਸਿੰਘ ਹੈ ਇੱਥੋਂ ਜਾਗੋਵਾਲ ਤੋਂ। ਤੇ ਉਹ ਵੀਰ ਇੱਕ ਦੇ ਹੋਰ ਨਾਲ ਸੀ, ਉਹਨਾਂ ਨੇ ਆਲਮਗੀਰ ਵਾਲੀ ਬੇਅਦਬੀ ਵਾਲੀ ਬੀਬੀ ਉਹਨੂੰ ਵੀ ਨਾਲ ਦੀ ਉਹਨੂੰ ਵੀ ਸੌਦਾ ਲਾਇਆ ਸੀ। ਅੱਛਾ, ਤੇ ਉਹ ਦੋਨੋਂ ਸਿੰਘ ਜੇਲ੍ਹ 'ਚ ਨੇ ਜਾਂ ਬਾਹਰ ਆ ਗਏ? ਉਹਨਾਂ ਨੂੰ ਉਮਰ ਕੈਦ ਹੋ ਗਈ ਜੀ। ਉਮਰ ਕੈਦ ਹੋਈ ਆ? ਉਮਰ ਕੈਦ ਹੋ ਗਈ, ਹਾਂਜੀ। ਪਰ ਉਹ ਚੜ੍ਹਦੀ ਕਲਾ 'ਚ ਨੇ ਸਿੰਘ ਪੂਰੇ, ਜਿੱਦਣ ਉਹਨਾਂ ਨੂੰ ਸਜ਼ਾ ਵੀ ਹੋਈ ਉਦਣ ਵੀ ਉਹਨਾਂ ਨੇ ਵਧੀਆ ਜੈਕਾਰੇ ਲਾਏ ਪੂਰੇ। ਅੱਛਾ ਜੀ। ਇਹ ਕਿਉਂਕਿ ਇਹ ਤਾਂ ਜੀ ਜਣੀ ਦੀ ਜੇ 30 ਬੇਅਦਬੀਆਂ ਹੋਈਆਂ, 50 ਹੋਈਆਂ, ਉਹਨਾਂ 'ਚੋਂ 2 ਨੂੰ ਸਜ਼ਾ ਹੋਈ। ਜੇ ਇਹ 5 ਮੰਨ ਲਓ, ਜੇ ਜਿੰਨੀਆਂ ਹੋਈਆਂ, ਇਹ ਰਿਜ਼ਲਟ 100% ਚਾਹੀਦਾ, ਫੇਰ ਬੇਅਦਬੀ ਕਦੇ ਵੀ ਨਹੀਂ ਹੋ ਸਕਦੀ। ਤੇ ਮੇਰਾ ਤਾਂ ਇਹੀ ਵਿਚਾਰ ਆ ਜੀ ਵੀ ਇਹੀ ਇੱਕੋ ਇੱਕ ਹੱਲ ਹੈ ਇਹਦਾ, ਹੋਰ ਸਾਨੂੰ ਕੋਈ ਹੱਲ ਨਹੀਂ ਸੁੱਝ ਰਿਹਾ। ਬਾਕੀ ਜਿਹੜੇ ਵੀਰ ਹੋਰ ਵਿਚਾਰ ਦੇਣਾ ਚਾਹੁੰਦੇ ਨਹੀਂ ਬਿਲਕੁਲ, ਅਜੇ ਦੇਖੀਏ ਖਾਲਸਾਈ ਰਵਾਇਤਾਂ ਦੇ ਮੁਤਾਬਿਕ ਵੀ ਜਿੱਡਾ ਵੱਡਾ ਗੁਨਾਹ ਓਡੀ ਵੱਡੀ ਸਜ਼ਾ ਹੋਣੀ ਹੀ ਜ਼ਰੂਰੀ ਹੈ। ਤੇ ਮੈਨੂੰ ਇੱਕ ਹੋਰ ਲੱਗਦਾ, ਮੈਨੂੰ ਚਲੋ ਵੈਸੇ ਕਿਉਂਕਿ ਕਾਨੂੰਨ ਬਾਰੇ ਹੁਣ ਮੇਰੀ ਜ਼ਿਆਦਾ ਨੌਲੇਜ ਨਹੀਂ ਹੈਗੀ, ਪਰ ਤੁਹਾਡੇ 'ਚੋਂ ਮੈਂ ਗੱਲ ਰੱਖ ਦਿੰਦਾ ਆਪਣੀ, ਤੇ ਤੁਸੀਂ ਮੈਨੂੰ ਥੋੜਾ ਜਿਹਾ ਦੱਸਣਾ ਵੀ ਇਹ ਹੋ ਸਕਦਾ ਜਾਂ ਨਹੀਂ ਹੋ ਸਕਦਾ। ਵੈਸੇ ਮੈਨੂੰ ਲੱਗਦਾ ਨਹੀਂ ਵੀ ਹੁੰਦਾ ਇਸ ਤਰ੍ਹਾਂ। ਜੇ ਇਹਨੂੰ ਇਸ ਤਰ੍ਹਾਂ ਕਰ ਲਿਆ ਜਾਏ ਵੀ ਦੇਖੋ
ਮਤਲਬ ਸਾਨੂੰ ਪੋਲੀਟੀਕਲ ਦਿਮਾਗ ਵਰਤਣਾ ਪਊਗਾ ਆਪਣਾ ਉਰੇ। ਇੱਕ ਤਾਂ ਹੁੰਦਾ ਵੀ ਅਸੀਂ ਜਜ਼ਬਾਤੀ ਹੋ ਕੇ ਚੱਲਦੇ ਹਾਂ, ਹਨਾ, ਅਸੀਂ ਜਾਂ ਕਹਿ ਲਈਏ ਵੀ ਚਲੋ ਜਿਵੇਂ ਪਰ ਵਿੱਚ ਇੱਕ ਹੁੰਦਾ ਪੋਲੀਟੀਕਲ ਮਾਈਂਡ ਲੈ ਕੇ ਚੱਲਣਾ। ਕੀ ਐਸਾ ਹੋ ਸਕਦਾ ਹੈ ਵੀ ਜੇਕਰ ਅਸੀਂ ਉਸ ਬੰਦੇ ਨੂੰ ਜਾਂ ਉਹਦੇ ਖਿਲਾਫ ਜਿਹੜੀ FIR ਹੋਈ ਹੈ, ਰਿਪੋਰਟ ਦਰਜ ਹੋਈ ਹੈ, ਉਹ ਵਾਪਸ ਲੈ ਲਈ ਜਾਏ, ਇਹ ਕਹਿ ਦਿੱਤਾ ਜਾਵੇ ਸਾਨੂੰ ਇਹਦੇ ਖਿਲਾਫ ਕਿਸੇ ਕਿਸਮ ਦਾ ਕੋਈ ਰੋਸ ਨਹੀਂ, ਗਿੱਤਾ ਨਹੀਂ, ਇਹਨੂੰ ਛੱਡ ਦਿੱਤਾ ਜਾਏ, ਅਸੀਂ ਇਹਨੂੰ ਕੋਈ ਸਜ਼ਾ ਨਹੀਂ ਦੇਣੀ ਚਾਹੁੰਦੇ, ਸਾਡੇ ਵੱਲੋਂ ਇਹ ਬਿਲਕੁਲ ਫ੍ਰੀ ਹੈ। ਇਹ ਪੋਸੀਬਿਲਿਟੀ ਹੈ ਕਿ ਉਹ ਛੁੱਟ। ਮੈਂ ਇਸ ਤਰ੍ਹਾਂ ਕਹਿ ਰਿਹਾ ਸੀ ਕਿ ਇਹ ਪੋਸੀਬਿਲਿਟੀ ਹੈ ਕਿ ਅਸੀਂ ਜਿਹੜੀ ਉਹਦੇ ਖਿਲਾਫ FIR ਹੋਈ ਆ ਜਾਂ ਕੋਈ ਕੇਸ ਬਣਿਆ, ਜੋ ਅਸੀਂ ਉਹਨੂੰ ਵਾਪਸ ਲੈ ਲਈ, ਅਸੀਂ ਕਹਿੰਦੇ ਵੀ ਸਾਡੇ ਇਹਦੇ ਨਾਲ ਕੋਈ ਦੁਸ਼ਮਣੀ ਨਹੀਂ, ਅਸੀਂ ਇਹ ਤੋਂ ਕੋਈ ਇਹਨੂੰ ਸਜ਼ਾ ਨਹੀਂ ਦਿਵਾਉਣੀ ਚਾਹੁੰਦੇ, ਅਸੀਂ ਇਹਨੂੰ ਕਿਸੇ ਕਿਸਮ ਦੀ ਪਨਿਸ਼ਮੈਂਟ ਵਗੈਰਾ ਚ ਇਹਨੂੰ ਕੋਈ ਨਹੀਂ ਲੈਣਾ ਚਾਹੁੰਦੇ, ਸਾਡੇ ਵੱਲੋਂ ਫਰੀ ਹੈ ਵੀ ਇਹਨੂੰ ਛੱਡ ਦਿੱਤਾ ਜਾਏ, ਕੋਈ ਇਹਨੇ ਗਲਤੀ ਕੀਤੀ ਇਹਦੀ ਭੁੱਲ ਬਖਸ਼ ਦਿਓ, ਤੇ ਸਿੱਖ ਕੌਮ ਵੱਲੋਂ ਇਹਦੇ ਖਿਲਾਫ ਕਿਸੇ ਕਿਸਮ ਦਾ ਰੋਸ ਪ੍ਰਗਟ ਨਹੀਂ ਹੁੰਦਾ, ਇਹਨੂੰ ਬਾਇਜ਼ਤ ਘਰ ਜਾਣ ਦਿੱਤਾ ਜਾਏ। ਇਸ ਤਰ੍ਹਾਂ ਹੋ ਸਕਦਾ, ਫਿਰ ਉਹ ਛੱਡਿਆ ਜਾ ਸਕਦਾ ਮੁਲਜ਼ਮ। ਨਹੀਂ, ਹਾਂਜੀ, ਮੈਂ ਪਹਿਲਾਂ ਤੇ ਤੁਹਾਡੇ ਤੇ ਹੀ ਸਾਰੀ ਕਲੀਅਰ ਕਰਨਾ ਚਾਹੁੰਦਾ ਵੀ ਇਸ ਤਰ੍ਹਾਂ ਆਪਾਂ ਕਰਨ ਦੇ ਪਿੱਛੇ ਸਾਡਾ ਮਕਸਦ ਕੀ ਹੈ, ਮਕਸਦ ਕੀ ਹੈ ਜੀ, ਕਿਉਂ ਆਪਾਂ ਇਸ ਵਿੱਚ ਆਵਾਂਗੇ। ਹੈਲੋ, ਫਿਰ ਮੈਂ ਇਸ ਗੱਲ ਦਾ ਪੂਰਾ ਜਵਾਬ ਦਿਆਂਗਾ ਜੀ। ਮਤਲਬ ਕਿ ਭਾਈ ਸਾਹਿਬ ਜੀ, ਇਹ ਆਪਾਂ ਜਦੋਂ ਗੱਲ ਕਰਾਂਗੇ ਤਾਂ ਸਾਨੂੰ ਲੌਜਿਕ ਤਾਂ ਦੱਸਣਾ ਪਏਗਾ ਨਾ ਜੀ, ਵੀ ਕੀ ਮਕਸਦ ਹੈ, ਵੀ ਅਸੀਂ ਕਿਉਂ ਚਾਹੁੰਦੇ ਹਾਂ ਤੇ ਤੁਸੀਂ ਕਿਉਂ ਚਾਹੁੰਦੇ ਹੋ। ਨਹੀਂ, ਅਸੀਂ ਦੇਖੋ ਮਕਸਦ ਸਾਡਾ ਕੀ ਹੈ ਪਿੱਛੇ, ਉਹ ਬਾਅਦ ਦੀ ਗੱਲ ਆ। ਅਸੀਂ ਇਹ ਚਾਹੁੰਦੇ ਵੀ ਇਹਨੂੰ ਛੱਡ ਦਿੱਤਾ ਜਾਏ ਬਸ। ਚਲੋ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਦਿੰਦਾ ਇਸ ਤਰ੍ਹਾਂ। ਹਾਂਜੀ, ਮੈਂ ਗੱਲ ਇਸ ਬਾਰੇ ਚ ਥੋੜੀ ਬਹੁਤੀ ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਭਾਵੇਂ ਮੈਂ ਵਕੀਲ ਨਹੀਂ ਹਾਂ, ਲੇਕਿਨ ਮੇਰਾ ਇੰਟਰਸਟ ਹੈ ਕਾਨੂੰਨ ਦੇ ਵਿੱਚ। ਇਸ ਤਰ੍ਹਾਂ ਦੇਖੋ, ਜਿਹੜੀ ਹੁੰਦਾ ਫੌਜਦਾਰੀ ਕਾਨੂੰਨ, ਉਹਦੇ ਵਿੱਚ ਇਸ ਤਰ੍ਹਾਂ ਬਿਲਕੁਲ ਹੀ ਅਲਾਉਡ ਨਹੀਂ ਹੈ। ਅਗਰ ਕੋਈ ਜਾ ਕੇ ਕਹਿ ਦਵੇ, ਭਾਵੇਂ ਕਿ ਅਸੀਂ ਤਾਂ ਕੋਈ ਧਿਰ ਨਹੀਂ ਹੈਗੇ, ਬੇਸ਼ੱਕ SGPC ਵੀ ਕਹਿ ਦਵੇ, ਕਿਉਂਕਿ ਅਸੀਂ ਤਾਂ ਧਿਰ ਨਹੀਂ ਹੈਗੇ ਅਸਲ 'ਚ ਇਸ ਮਾਮਲੇ ਵਿੱਚ। ਇਹਦੇ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ, ਜਿਹੜੇ ਕੰਪਲੇਂਟੈਂਟ ਹੈ, ਇੱਕ ਸਟੇਟ ਹੈ, ਸਟੇਟ ਜਿਹੜੀ ਹੈ ਸਰਕਾਰ ਨੂੰ ਕਿਹਾ ਜਾਂਦਾ, ਤੇ ਇੱਕ ਜਿਹੜਾ ਹੈ ਜਿਹਦੇ ਉੱਪਰ ਦੋਸ਼ ਹੈਗਾ। ਐਕਚੁਅਲੀ ਫਿਲਹਾਲ 3 ਪਾਰਟੀਆਂ ਬਣਦੀਆਂ। ਅਗਰ ਮੰਨ ਲਓ SGPC ਇਹ ਕਹਿ ਦਿੰਦੀ ਹੈ, ਹੁਣ ਅਸੀਂ ਤਾਂ ਕਹਿ ਨਹੀਂ ਸਕਦੇ ਵੀ ਚਲੋ ਜੋ ਤੁਸੀਂ ਕਿਹਾ ਇਹ ਉਹਨੂੰ ਰਿਪੀਟ ਕਰ ਦਿੰਦੀ ਹੈ, ਪਰ ਨਹੀਂ, ਜੁਡੀਸ਼ਰੀ ਇਸ ਤਰ੍ਹਾਂ ਨਹੀਂ ਛੱਡਦੀ। ਅਗਰ ਕਿਸੇ ਦਾ ਕੋਈ ਮਰਡਰ ਹੋ ਜਾਂਦਾ ਹੈ, ਜਾਂ ਜਿਸ ਤਰ੍ਹਾਂ ਦਾ ਇਹ ਕੇਸ ਹੈ, ਕਿਉਂਕਿ ਕਾਨੂੰਨ ਬਣ ਚੁੱਕਿਆ ਹੈ, ਇਟ ਇਜ਼ ਏ ਅਟੈਂਪਟ ਟੂ ਮਰਡਰ ਹੀ ਮੰਨਿਆ ਜਾਂਦਾ, ਕਿਉਂਕਿ ਹੁਣ ਕਾਨੂੰਨ ਬਣ ਚੁੱਕਿਆ ਹੈ, ਫੌਜਦਾਰੀ ਕੇਸ ਹੈ। ਔਰ ਤੀਸਰਾ ਜਿਹੜਾ ਹੈਗਾ, ਐਕਚੁਅਲੀ ਇਸ ਤਰ੍ਹਾਂ ਕੋਰਟ ਨਹੀਂ ਰਿਹਾ ਕਰਦੀ ਕਿਸੇ ਨੂੰ ਵੀ, ਬੇਸ਼ੱਕ ਅਸੀਂ ਕਹੀਏ। ਮੈਂ ਤੁਹਾਡਾ ਮਕਸਦ ਸਮਝ ਗਿਆ ਵਾਂ, ਲੇਕਿਨ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ, ਉਹ ਤੁਹਾਡਾ ਪਰਪਸ ਫੁਲਫਿਲ ਕਰਦੀ ਹੈ। ਉਹ ਇਹ ਹੈ ਕਿ ਉਸ ਨੂੰ 4 ਮਹੀਨੇ, 6 ਮਹੀਨੇ, 8 ਮਹੀਨੇ, ਸਾਲ ਦੇ ਬਾਅਦ ਜ਼ਮਾਨਤ ਮਿਲ ਜਾਂਦੀ ਹੈ। ਚੌਥਾ ਪੁਆਇੰਟ, ਇਹੋ ਜਿਹੇ ਬੰਦੇ ਜੇਲ੍ਹ ਦੇ ਵਿੱਚ ਸੁਰੱਖਿਅਤ ਨਹੀਂ ਜੇ ਹੁੰਦੇ। ਆਪ ਜੀ ਨੂੰ ਪਤਾ ਹੋਣਾ ਹੈ ਕਿ ਪਿੱਛੇ ਜੇ ਇੱਕ ਮਹਿੰਦਰਪਾਲ ਸੀ, ਜਿਸ ਦਾ ਜੇਲ੍ਹ ਦੇ ਵਿੱਚ ਹੀ ਸੋਧਾ ਲਾ ਦਿੱਤਾ ਗਿਆ ਸੀਗਾ। ਇਸੇ ਤਰ੍ਹਾਂ ਇੱਕ ਸੱਜਣ ਨੇ, ਮੈਨੂੰ ਇਸ ਵੇਲੇ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ, ਬਟਾਲਾ ਜਾਂ ਕਿਸ ਸਾਈਡ ਤੇ ਨੇ, ਹਸਪੀਟਲ ਚਲਾ ਰਹੇ ਨੇ, ਉਹਨਾਂ ਨੇ ਰਲ ਕੇ, ਸਭ ਨੂੰ ਪਤਾ ਕਿ ਪੂਲਾ ਨਿਹੰਗ ਦਾ ਸੋਧਾ ਜਿਹੜਾ ਉਹ ਜੇਲ੍ਹ ਦੇ ਵਿੱਚ ਹੀ ਲਾ ਦਿੱਤਾ ਗਿਆ ਸੀਗਾ ਐਕਚੁਅਲੀ, ਕਿਉਂਕਿ ਇਹ ਲੋਕ ਜੇਲ੍ਹ ਦੇ ਵਿੱਚ ਵੀ ਸੁਰੱਖਿਅਤ ਨਹੀਂ ਜੇ ਰਹਿੰਦੇ ਐਕਚੁਅਲੀ। ਜੇ ਸੋਚਣ ਨਾ, ਇਹਨਾਂ ਦੀ ਸੋਚ ਪਤਾ ਨਹੀਂ ਕਿੱਥੇ ਆ ਕੇ ਅਟਕ ਗਈ। ਗੁਰੂ ਮਹਾਰਾਜ ਨੇ ਇਹਨਾਂ ਦੀ ਅਕਲ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ। ਇਹ ਲੋਕ ਜੇ ਬਾਹਰ ਨਹੀਂ ਸੁਰੱਖਿਅਤ ਤੇ ਅੰਦਰ ਵੀ ਨਹੀਂ ਜੇ ਸੁਰੱਖਿਅਤ ਜੀ ਪਿਆਰੇ। ਠੀਕ ਹੈ ਜੀ, ਧੰਨਵਾਦ। ਬਿਲਕੁਲ, ਮੈਂ ਬਸ ਆਪਣੀ ਨੌਲੇਜ ਵਾਸਤੇ ਸੀ। ਤੇ ਉਹ ਬਸ ਉਹਦਾ ਪਤਾ ਕੀ ਆ ਵੀ ਆਪਾਂ ਨੂੰ, ਚਲੋ ਜਿਵੇਂ ਗੱਲ ਚੱਲੀ ਆ ਰਹੀ ਹੈ ਪਿੱਛੇ ਤੋਂ, ਵੀ ਆਪਾਂ ਨੂੰ ਸਭ ਨੂੰ ਪਤਾ ਕਾਨੂੰਨੀ ਕਾਰਵਾਈਆਂ ਕਿੰਨੀਆਂ ਕੁ ਸਖਤ ਨੇ, ਕੀ ਉਹਨਾਂ ਨੇ ਕਾਰਵਾਈ ਕਰਨੀ ਆ, ਕੁਛ ਨਹੀਂ ਬਣਨਾ। ਇਹ ਬਸ ਏਦਾਂ ਹੀ ਇਹਨੂੰ ਕੇਸ ਨੂੰ ਹੌਲੀ ਹੌਲੀ ਲਮਕਾ ਦਿੱਤਾ ਜਾਏਗਾ, ਉਹਨੂੰ 2-4 ਸਾਲ ਬਾਅਦ ਜ਼ਮਾਨਤ ਮਿਲ ਜਾਏਗੀ, ਉਹ ਫੇਰ ਬਾਹਰ ਆ ਜਾਏਗਾ, ਫੇਰ ਕੋਈ ਹੋਰ ਨਵੀਂ ਧਿਰ ਉੱਠ ਖੜੇਗੀ, ਉਹਨੂੰ ਵੀ ਪਤਾ ਵੀ ਇਹੀ ਕੁਛ ਚੱਲੀ ਜਾਣਾ, ਇਹ ਸਿਸਟਮ ਚੱਲੀ ਜਾਣਾ। ਉਹ ਗੱਲ ਹੋਈ ਹੈ ਵੀ ਕਿਤੇ ਨਾ ਕਿਤੇ ਆ ਕੇ ਮੈਨੂੰ ਲੱਗਦਾ ਵੀ ਸਾਨੂੰ ਇਹਦਾ ਹੱਲ ਆ ਜਿਹੜਾ, ਉਹ ਪੰਥਕ ਰਵਾਇਤਾਂ ਚੋਂ ਹੀ ਲੱਭਣਾ ਪਏਗਾ। ਜੋ ਮੈਨੂੰ ਲੱਗਦਾ ਵੀ ਅਜੋਕੇ ਹਾਲਾਤ ਜੋ ਬਣੇ ਨੇ, ਕਿੰਨੇ ਕੁ ਪਿੱਛੇ ਜੋ ਕੁਝ ਹੋ ਚੁੱਕਿਆ, ਤੇ ਜੋ ਆਪਾਂ ਦੇ ਸਾਹਮਣੇ ਵੀ ਉਹਦਾ ਰਿਜ਼ਲਟ ਵੀ ਕੀ ਆ, ਉਹ ਵੀ ਸਾਡੇ ਸਾਹਮਣੇ ਆ। ਸੋ ਉਹਦੇ ਹਿਸਾਬ ਨਾਲ ਵੀ ਲੱਗਦਾ ਵੀ ਪੰਥਕ ਰਵਾਇਤਾਂ ਹੀ ਅਪਣਾਉਣੀਆਂ ਪੈਣਗੀਆਂ, ਫਿਰ ਕਿਤੇ ਨਾ ਕਿਤੇ ਜਾ ਕੇ ਇਹਦਾ, ਕਿਤੇ ਨਾ ਕਿਤੇ ਜਾ ਕੇ ਇਹਨੂੰ ਠੱਲ ਪੈ ਸਕਦੀ ਹੈ। ਇੱਕ ਕੰਮ ਤਾਂ ਆਪਾਂ ਕਰ ਸਕਦੇ ਹਾਂ ਗੁਰਮੁਖ ਪਿਆਰਿਓ, ਹਾਂਜੀ, ਮੈਨੂੰ ਜਿੱਥੋਂ ਤੱਕ ਜ਼ਿਆਦਾ ਘੱਟ ਸਮਝ ਹੈ, ਕਿਉਂਕਿ ਇਹ ਵਿਸ਼ਾ ਤੁਹਾਡਾ ਜ਼ਿਆਦਾ, ਆਪ ਜੀ ਗੁਰਬਾਣੀ ਦੇ ਪੂਰੇ ਤਰ੍ਹਾਂ ਕਥਾਵਾਚਕ ਹੋ। ਜਿਸ ਵੇਲੇ ਕਹਿੰਦੇ ਨੇ ਸੁਲਹੀ ਖਾਨ ਚੜ ਰਿਹਾ ਸੀਗਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਟਾਈਮ ਦੇ ਉੱਤੇ, ਤੇ ਉਹਨਾਂ ਨੇ ਸ਼ਾਇਦ ਇੱਕ ਸ਼ਬਦ ਉਚਾਰਨ ਕੀਤਾ ਸੀਗਾ, ਸੰਗਤਾਂ ਨੇ ਕਿਹਾ ਸੀਗਾ
ਵੀ ਪ੍ਰਥਮੇ ਮਤਾ ਕਿਛ ਕਰੋ ਪੱਤਰੀ ਉਪਾਏ। ਪੱਤਰੀ ਚਲਾਵਾ। ਦੂਸਰਾ ਮਤਾ ਆਇਆ ਵੀ ਕੋਈ ਪੱਤਰੀ ਭੇਜ ਦਿਓ, ਉਹਨੂੰ ਸਮਝਾ ਦਿਓ। ਫਿਰ ਕੋਈ ਤੀਸਰਾ ਮਤਾ ਆਇਆ, ਫਿਰ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਸੀ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਪੂਰਾ ਸ਼ਬਦ ਦਾਸ ਨੂੰ ਵਿਸਰਿਆ ਹੋਇਆ ਐਕਚੁਅਲੀ, ਪਰ ਤੁਸੀਂ ਸਮਝ ਗਏ ਹੋ, ਸੰਗਤਾਂ ਵੀ ਸਮਝ ਗਈਆਂ ਨੇ ਵੀ ਜਿੱਥੇ ਸਿੱਧੀ ਵਾਹ ਨਾ ਚੱਲਦੀ ਪਈ ਹੋਵੇ ਤੇ ਉੱਥੇ ਫਿਰ ਸਤਿਗੁਰੂ ਨੇ ਇਹ ਕਿਹਾ ਸੀਗਾ ਵੀ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਤਾਂ ਕਰ ਹੀ ਸਕਦੇ ਹਾਂ। ਸਾਰੇ ਜਿੰਨੇ ਵੀ ਆਪਾਂ ਗੁਰਮੁਖ ਪਿਆਰੇ ਇਸ ਵੇਲੇ ਬੈਠੇ ਹਾਂ, ਇੱਕ ਗੁਰਮੱਤਾ ਪਾ ਕੇ ਤੇ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਇਸੇ ਤਰ੍ਹਾਂ ਅਰਦਾਸਾਂ ਤਾਂ ਸੋਚ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਵੀ ਇਹ ਤੁਸੀਂ ਆਪ ਹੀ ਕਰੋ ਕਿ ਤੁਹਾਡਾ ਕਾਰਜ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਸਿੱਖ ਦੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਬਾਕੀ ਜਿਹੜੀਆਂ ਖਾਲਸਾ ਰਵਾਇਤਾਂ ਨੇ ਉਹ ਤੇ ਹੈ ਹੀ ਹੈ, ਚੁੰਕਾਰ ਅਜ਼ ਹਮਾ ਹਿਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇਹ ਤੇ ਫਿਰ ਸਤਿਗੁਰੂ ਦਾ ਆਦੇਸ਼ ਹੈਗਾ ਹੀ ਹੈ ਜੀ। ਇਹ ਦੋਨੋਂ